ਤੁਸੀਂ ਇਹਨਾਂ ਬਾਰੇ ਬਹੁਤ ਸੁਣਿਆ ਹੋਣਾ ਹੈ ਕਿ ਰਿਵਰਸ ਮਾਈਗ੍ਰੇਸ਼ਨ ਤੇ ਕੰਮ ਕਰ ਰਹੇ ਨੇ ਆਪਾਂ ਕਿ ਇਹਨਾਂ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਕਿੱਦਾਂ ਆਪਣੀ ਉੱਥੇ ਕੰਪਨੀ ਸੈਟਅਪ ਕੀਤੀ। ਤੇ ਮੈਂ ਅਜਿਹਾ ਸਟੂਡੈਂਟ ਸੀ ਆਪਣੀ ਯੂਨੀਵਰਸਿਟੀ ਤੋਂ ਕਿ ਜਿਹਨੂੰ ਹਰ ਸਮੈਸਟਰ ਦੇ ਵਿੱਚ ਯੂਨੀਵਰਸਿਟੀ ਫ੍ਰੀ ਆਫ ਕਾਸਟ ਬਾਹਰ ਭੇਜਣਾ ਚਾਹੁੰਦੀ ਸੀ। ਪੰਜਾਬ ਤੋਂ ਲੋਕ ਪਹਿਲਾਂ ਬਾਹਰ ਜਾਂਦੇ ਸੀ ਕਿ ਆਪਣੇ ਪਰਿਵਾਰਾਂ ਦਾ ਦਰਦ ਵੇਖਦੇ ਸੀ ਕਿ ਇੱਥੇ ਸਿਸਟਮ ਵਧੀਆ ਹੈ, ਅਸੀਂ ਇੱਥੇ ਕੰਮ ਕਰ ਸਕਦੇ ਹਾਂ। ਰਿਵਰਸ ਮਾਈਗ੍ਰੇਸ਼ਨ ਵਤਨ ਵਾਪਸੀ ਦੀ ਕਿ ਜਿਹੜੇ ਲੋਕ ਇੱਥੋਂ ਜਾ ਚੁੱਕੇ ਨੇ ਵਾਪਸ ਆਉਣ ਬਾਰੇ ਸੋਚਣ, ਉਹ ਇਹ ਐਗਜ਼ਾਮਪਲ ਨਾ ਸੈੱਟ ਕਰਨ ਕਿ ਉਹਨਾਂ ਨੂੰ ਵੇਖ ਵੇਖ ਕੇ ਬਾਕੀ ਵੀ ਫਸੀ ਜਾਣ। ਸਤਿ ਸ਼੍ਰੀ ਅਕਾਲ ਜੀ, ਅੱਜ ਸਾਡੇ ਕੋਲ ਬਹੁਤ ਹੀ ਖਾਸ ਮਹਿਮਾਨ ਪਹੁੰਚੇ ਨੇ। ਮੈਂ ਉਹਨਾਂ ਬਾਰੇ ਪਹਿਲਾਂ ਤੁਹਾਨੂੰ ਦੱਸ ਦਿੰਦਾ ਕਿ ਮੈਮ ਮਨਦੀਪ ਕੌਰ ਢਾਂਗਾ, ਵੈਲਕਮ ਮੈਮ। ਥੈਂਕ ਯੂ ਜੀ, ਸ਼ੁਕਰੀਆ। ਤੁਸੀਂ ਇਹਨਾਂ ਬਾਰੇ ਬਹੁਤ ਸੁਣਿਆ ਹੋਣਾ ਹੈ ਕਿ ਇੱਕ ਨਾ ਕਰੰਟ ਇਹ ਰਿਵਰਸ ਮਾਈਗ੍ਰੇਸ਼ਨ ਤੇ ਕੰਮ ਕਰ ਰਹੇ ਨੇ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਇਹਨਾਂ ਤੋਂ ਨਾ ਥੋੜਾ ਜਿਹਾ ਇੰਟਰਸਟਿੰਗ ਇਹਨਾਂ ਦੀ ਜਰਨੀ ਹੈ ਕਿ ਇਹਨਾਂ ਨੇ ਇੱਕ ਛੋਟੇ ਜਿਹੇ ਪਿੰਡ ਤੋਂ ਕਿੱਦਾਂ ਆਪਣੀ ਉੱਥੇ ਕੰਪਨੀ ਸੈਟਅਪ ਕੀਤੀ, ਕਿ ਕਿੱਦਾਂ ਇਹਨੇ EMPLOYEES ਹਾਇਰ ਕੀਤੇ। ਕਿਉਂਕਿ ਨਾ ਇੱਕ ਚੈਲੰਜ ਮੈਨੂੰ ਪਰਸਨਲੀ ਲੱਗਦਾ ਹੈ, ਕਿਉਂਕਿ ਮੈਂ ਵੀ ਇੱਕ ਦੋ ਸਟਾਰਟਅਪ ਕਰਕੇ ਦੇਖ ਚੁੱਕਿਆ ਕਿ ਤੁਹਾਨੂੰ ਵੱਡੇ ਸ਼ਹਿਰ 'ਚ ਰਹਿ ਕੇ ਵੀ ਸਕਿੱਲਸ ਵਾਲੇ ਪ੍ਰੋਫੈਸ਼ਨਲ ਬੰਦੇ ਅਰੇਂਜ ਕਰਨੇ ਬਹੁਤ ਔਖੇ ਹੁੰਦੇ। ਤੇ ਤੁਸੀਂ ਇੱਕ ਪਿੰਡ 'ਚ ਰਹਿ ਕੇ ਐਡੀ ਟੀਮ ਖੜੀ ਕਰਤੀ, ਉਹ ਵੀ ਇੱਕ ਪ੍ਰੋਫੈਸ਼ਨਲ IT ਕੰਪਨੀ ਦੀ। ਤੇ ਤੁਸੀਂ ਆਪਾਂ ਥੋੜੇ ਜਿਹਾ ਨਾ ਇਲੈਬੋਰੇਟ ਕਰਕੇ ਗੱਲਾਂ ਕਰਾਂਗੇ ਕਿ ਪ੍ਰੋਪਰ ਪੋਡਕਾਸਟ ਸਾਰੇ ਕਨੈਕਟਡ ਫੀਲ ਕਰਨ। ਤੇ ਪਹਿਲਾਂ ਆਪਾਂ ਥੋੜੀ ਜਰਨੀ ਵਾਲੀ ਗੱਲ ਕਰਦੇ ਹਾਂ ਕਿ ਤੁਸੀਂ ਕਿੱਦਾਂ ਸਟਾਰਟ ਕੀਤਾ, ਕਿੱਦਾਂ ਤੁਹਾਡੇ ਕੋਲ ਆਈਡੀਆ ਆਇਆ। ਉਸ ਤੋਂ ਪਹਿਲਾਂ ਮੈਨੂੰ ਪਤਾ ਹੈ ਸ਼ਾਇਦ ਤੁਸੀਂ ਸੋਸ਼ਲ ਵਰਕ ਵੀ ਕਰਦੇ ਸੀਗੇ ਬਹੁਤ ਜ਼ਿਆਦਾ, ਤੇ ਉਸ ਤੋਂ ਬਾਅਦ ਤੁਸੀਂ ਕੰਪਨੀ ਸਟਾਰਟ ਕੀਤੀ। ਤਾਂ ਕਿੱਦਾਂ ਤੁਸੀਂ ਆਪਣੀ ਜਰਨੀ ਸੋਚਿਆ ਕਿ ਵੀ ਮੈਂ ਇੱਥੇ ਕੰਪਨੀ ਬਣਾਵਾਂ, ਓਪਰਚੁਨਿਟੀ ਸਾਰੇ ਬਾਹਰ ਜਾ ਰਹੇ ਆ, ਉਹਨਾਂ ਨੂੰ ਤੁਸੀਂ ਇਗਨੋਰ ਕਰਕੇ ਇਹ ਸੋਚਿਆ ਕਿ ਮੈਂ ਇੱਥੇ ਕੰਮ ਕਰਾਂ? ਜੀ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਨਵਾਈਟ ਕਰਨ ਲਈ। ਤੇ ਨੈਕਸਟ ਅਸੀਂ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦੇ ਹਾਂ, ਤੇ ਉੱਥੋਂ ਜਦੋਂ ਮੈਂ ਆਪਣੀ ਪੜ੍ਹਾਈ ਕੰਪਲੀਟ ਕੀਤੀ ਤੇ ਮੈਂ ਆਲਮੋਸਟ 65 ਕਿਲੋਮੀਟਰ ਰੋਜ਼ ਆਪਣੀ ਯੂਨੀਵਰਸਿਟੀ ਜਾਂਦੀ ਸੀ ਪੜ੍ਹਨ। ਤੇ ਇੰਨੀ ਦੂਰ ਰੋਜ਼ ਜਾਣਾ ਐਂਡ ਫਿਰ ਆਪਣੀ ਡਿਗਰੀ ਦੇ ਵਿੱਚੋਂ ਟੌਪ ਕਰਨਾ। ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਛੋਟੇ ਜਿਹੇ ਪਿੰਡ ਤੋਂ ਵੀ ਜਦੋਂ ਅਸੀਂ ਇੰਨੇ ਵੱਡੇ ਇੰਸਟੀਚਿਊਟ 'ਚ ਜਾਂਦੇ ਹਾਂ ਜਾਂ ਲੋਕਾਂ ਨਾਲ ਕੰਪੀਟ ਕਰਦੇ ਹਾਂ ਤੇ ਇਹ ਪੋਸੀਬਲ ਹੈਗਾ ਕਿ ਐਂਡ ਈਵਨ ਮੈਂ ਉਹਨਾਂ ਬੱਚਿਆਂ 'ਚੋਂ ਸੀ ਕਿ ਜਿਨ੍ਹਾਂ ਦੀ ਫੀਸ ਵੀ ਨਹੀਂ ਟਾਈਮ 'ਤੇ ਜਾਂਦੀ ਸੀ। ਟੌਪ ਕਰਨ ਤੋਂ ਬਾਅਦ ਵੀ ਮੈਂ ਕਈ ਮਹੀਨਿਆਂ ਬਾਅਦ ਆਪਣੀ ਫੀਸ ਜਿਹੜੀ ਕੰਪਲੀਟ ਕੀਤੀ। ਤੇ ਇੰਨੇ ਚੈਲੰਜਿਸ ਹੋਣ ਤੇ ਵੀ ਜਦੋਂ ਤੁਹਾਡੇ ਕੋਲ ਰਿਸੋਰਸਿਸ ਵੀ ਅਰੇਂਜ ਨਹੀਂ ਹੁੰਦੇ, ਫਿਰ ਵੀ ਤੁਸੀਂ ਇੱਕ ਟੌਪਰ ਬਣ ਸਕਦੇ ਹੋ। ਤੇ ਛੋਟੇ ਜਿਹੇ ਪਿੰਡ ਤੋਂ ਜਾ ਕੇ ਜਿੱਥੇ ਸ਼ਹਿਰ ਦਾ ਹਰ ਵਧੀਆ ਬੱਚਾ ਤੁਹਾਡੇ ਨਾਲ ਕੰਪੀਟ ਕਰ ਰਿਹਾ ਤੇ ਤੁਸੀਂ ਅਵਲ ਆ ਸਕਦੇ ਹੋ। ਸ਼ਾਇਦ ਇਹੀ ਮੇਰੀ ਜਿਹੜੀ ਪੜ੍ਹਾਈ ਦੀ ਜਰਨੀ ਹੈ ਉਹ ਮੇਰੇ ਲਈ ਇਨਸਪੀਰੇਸ਼ਨ ਰਹੀ ਹੈ ਕਿ ਤੁਸੀਂ ਕਦੀ ਵੀ ਸੋਚ ਸਕਦੇ ਹੋ ਕਿ ਤੁਸੀਂ ਕਿਤੋਂ ਵੀ ਬੈਠੇ ਹੋ ਤੇ ਯੂ ਕੈਨ ਬਿਕਮ ਸਮਥਿੰਗ। ਤੁਸੀਂ ਕਿਹਾ ਕਿ ਟੌਪਰ ਮੈਂ ਰਹੀ, ਜ਼ਿਆਦਾ ਟੌਪਰਸ ਚੂਜ਼ ਕਰਦੇ ਆ ਕਿ ਮੈਂ ਕੈਨੇਡਾ ਅਮਰੀਕਾ ਜਾਵਾਂ ਕਿਉਂਕਿ ਉੱਥੇ ਬੈਟਰ ਲਾਈਫ, ਬੈਟਰ ਓਪਰਚੁਨਿਟੀਜ਼ ਨੇ ਐਜ਼ ਕੰਪੈਰੇਟਿਵਲੀ। ਤੁਸੀਂ ਫਿਰ ਵੀ ਇਹ ਕਿੱਦਾਂ ਸੋਚਿਆ ਕਿ ਵੀ ਇੱਥੇ ਰਹਿ ਕੇ ਮੈਂ ਕੰਮ ਕਰਾਂ? ਹਾਂਜੀ, ਤੁਹਾਡਾ ਕੁਐਸਚਨ ਬੜਾ ਵੈਲਿਡ ਹੈਗਾ ਕਿ ਜਦੋਂ ਮੈਂ ਪੜ੍ਹ ਰਹੀ ਸੀ ਤੇ ਮੈਂ LPU ਤੋਂ ਆਪਣੀ ਪੜ੍ਹਾਈ ਕੰਪਲੀਟ ਕੀਤੀ ਹੈ ਤੇ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਯੂਨੀਵਰਸਿਟੀਜ਼ ਜਾਂ ਉਦੋਂ ਯੂਨੀਵਰਸਿਟੀਜ਼ ਜਿਹੜੀਆਂ ਵਾ ਉਹ ਤੁਹਾਨੂੰ ਸਟੂਡੈਂਟ ਐਕਸਚੇਂਜ ਪ੍ਰੋਗਰਾਮ 'ਚ ਭੇਜਦੀਆਂ। ਤੇ ਮੈਂ ਅਜਿਹਾ ਸਟੂਡੈਂਟ ਸੀ ਆਪਣੀ ਯੂਨੀਵਰਸਿਟੀ ਤੋਂ ਕਿ ਜਿਹਨੂੰ ਹਰ ਸਮੈਸਟਰ ਦੇ ਵਿੱਚ ਯੂਨੀਵਰਸਿਟੀ ਫ੍ਰੀ ਆਫ ਕਾਸਟ ਬਾਹਰ ਭੇਜਣਾ ਚਾਹੁੰਦੀ ਸੀ। ਠੀਕ ਹੈ, ਤੇ ਉਲਟਾ ਸਾਨੂੰ ਪੈਸੇ ਮਿਲਦੇ ਸੀ ਕਿ ਤੁਸੀਂ ਦੂਸਰੇ ਯੂਨੀਵਰਸਿਟੀ 'ਚ ਜਾ ਕੇ ਪੜ੍ਹਨਾ। ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਮੇਰੀ ਕਲਾਸ 'ਚੋਂ ਬਹੁਤ ਸਾਰੇ ਬੱਚੇ ਗਏ ਵੀ, ਰਾਈਟ। ਤੇ ਉਹਨਾਂ ਨੇ ਜਿਹੜਾ ਅਵੇਲ ਕੀਤੇ ਸਟੂਡੈਂਟ ਐਕਸਚੇਂਜ ਪ੍ਰੋਗਰਾਮਸ, ਉਹਨਾਂ ਨੇ ਉੱਥੇ ਜਾ ਕੇ ਪੜ੍ਹਾਈ ਕੀਤੀ, ਉੱਥੇ ਜਾ ਕੇ ਜੌਬ ਕੀਤੀ। ਪਰ ਉਹਨਾਂ ਨੂੰ ਵੇਖ ਕੇ ਵੀ ਮੈਂ ਕਦੀ ਇਹ ਡਿਸੀਜਨ ਨਹੀਂ ਲਿਆ ਕਿ ਮੈਂ ਬਾਹਰ ਜਾਣਾ, ਰਾਈਟ। ਸੋ ਮੈਨੂੰ ਪੜ੍ਹਾਈ ਦੇ ਦੌਰਾਨ ਜਦੋਂ ਫ੍ਰੀ ਭੇਜ ਰਹੇ ਸੀ ਮੈਂ ਉਦੋਂ ਨਹੀਂ ਗਈ ਤੇ ਬਾਅਦ ਵਿੱਚ ਮੈਂ ਕੀ ਜਾਣਾ, ਰਾਈਟ। ਸੋ ਮੈਨੂੰ ਇਹ ਵਿਸ਼ਵਾਸ ਆ ਕਿ ਸਾਡੇ ਕੰਟਰੀ ਦੇ ਵਿੱਚ ਵੀ ਉਸ ਲੈਵਲ ਦੀ ਪੜ੍ਹਾਈ ਹੈਗੀ ਆ ਕਿ ਅਸੀਂ ਕੁਝ ਵੀ ਬਣ ਸਕਦੇ ਹਾਂ। ਜੇ ਮਿਸਟਰ ਅਜੇ ਬੰਗਾ ਜੋ ਕਿ ਕਰੰਟ ਵਰਲਡ ਬੈਂਕ ਦੇ CEO ਨੇ, ਇੰਡੀਆ ਦੇ ਵਿੱਚ ਪੜ੍ਹ ਕੇ ਇੱਥੋਂ MBA ਕਰਕੇ ਪੂਰੀ ਦੁਨੀਆ ਦੀ ਬੈਂਕਸ ਦੇ ਬੈਂਕ ਦੇ CEO ਬਣ ਸਕਦੇ ਆ, ਰਾਈਟ। ਇੰਦਰਾ ਨੂਈ ਇੰਡੀਆ ਦੇ ਵਿੱਚ ਪੜ੍ਹ ਕੇ, ਇੰਡੀਆ ਦੇ ਕਾਲਜਿਸ 'ਚ ਪੜ੍ਹ ਕੇ, ਇੱਥੋਂ ਪੋਸਟ ਗ੍ਰੈਜੂਏਸ਼ਨ ਕਰਕੇ ਜਿਹੜਾ ਵਾ ਉਹ ਪੂਰੀ ਵਰਲਡ ਦੀ ਪੈਪਸੀ ਦੀ ਕੰਪਨੀ ਨੂੰ ਸੰਭਾਲ ਸਕਦੇ ਆ, ਰਾਈਟ। ਗੂਗਲ ਦਾ ਜਿਹੜਾ CEO ਆ ਉਹ ਇੱਥੋਂ ਪੜ੍ਹ ਕੇ, ਇੱਥੋਂ BTech ਕਰਕੇ, ਠੀਕ ਆ, ਉਹ ਪੂਰਾ ਗੂਗਲ ਦਾ CEO ਜਿਹੜਾ ਬਣ ਸਕਦਾ ਭਾਵੇਂ ਅੱਜ ਕਿਤੇ ਵੀ ਬੈਠੇ ਹੋਣ। ਓਬਵੀਅਸਲੀ ਜਦੋਂ ਤੁਸੀਂ ਇੱਕ ਕੰਟਰੀ ਦੇ CEO ਬਣ ਗਏ ਜੀ ਤੇ ਤੁਸੀਂ ਆਪਣੇ ਕੰਮ ਕਰਨ ਲਈ ਤੁਹਾਨੂੰ ਹੋ ਸਕਦਾ ਦੂਸਰੇ ਕੰਟਰੀ ਵੀ ਸ਼ਿਫਟ ਹੋਣਾ ਪਵੇ, ਪਰ ਤੁਸੀਂ ਆਪਣੇ ਕੰਟਰੀ ਤੇ ਵਿਸ਼ਵਾਸ ਹੀ ਜਤਾਇਆ ਨਾ ਕਿ ਜਿੱਥੋਂ ਤੱਕ। ਪਰ ਅੱਜ ਕੱਲ੍ਹ ਕੀ ਹੋ ਰਿਹਾ, ਸੋ
ਆਪਸ਼ਨਸ ਮੇਰੇ ਕੋਲ ਵੀ ਬਹੁਤ ਰਹੀਆਂ ਨੇ, ਪਰ ਹਮੇਸ਼ਾ ਮੈਂ ਆਪਣਾ ਇੱਥੋਂ ਦੇ ਸਿਸਟਮ ਤੇ ਵਿਸ਼ਵਾਸ ਰੱਖ ਕੇ ਹੀ ਜਿਹੜਾ ਇੱਥੇ ਹੀ ਤਰੱਕੀ ਕਰਨ ਬਾਰੇ ਸੋਚਿਆ। ਬੇਸਿਕਲੀ ਨਾ ਮੈਂ ਤੁਹਾਡੇ ਤੋਂ ਬਹੁਤ ਇਨਸਪਾਇਰਡ ਹਾਂ ਇਸ ਗੱਲ ਦੇ ਲਈ। ਇੱਕ ਸਪੈਸ਼ਲ ਇੱਕ ਵੂਮਨ, ਕਿ ਉਹ ਅੱਜ ਦੇ ਟਾਈਮ ਦੇ ਵਿੱਚ ਅਸੀਂ ਗੱਲ ਨੂੰ ਨਿਗਲੈਕਟ ਨਹੀਂ ਕਰ ਸਕਦੇ। ਅਸੀਂ ਵੂਮਨ ਇੰਪਾਵਰਮੈਂਟ ਦੀ ਗੱਲ ਤਾਂ ਕਰਦੇ ਹਾਂ, ਪਰ ਸ਼ਾਇਦ ਕਿਤੇ ਨਾ ਕਿਤੇ ਅੱਜ ਵੀ ਉਨੀ ਆਜ਼ਾਦੀ ਨਹੀਂ ਹੈ। ਇੱਕ ਔਰਤ ਜਦੋਂ ਕੋਈ ਕੰਮ ਸਮਾਜ ਦੇ ਵਿੱਚ ਕਰ ਰਹੀ ਹੁੰਦੀ ਹੈ, ਉਹ ਵੀ ਇਕੱਲੀ, ਤਾਂ ਆਲੇ ਦੁਆਲੇ ਦਾ ਸਮਾਜ ਬਹੁਤ ਉਹਦੇ ਤੇ ਪ੍ਰੈਸ਼ਰ ਬਿਲਡ ਕਰਦਾ, ਉਹਨੂੰ ਦੇਖਦਾ ਕਿ ਇਹ ਗਿਰਨ ਵਾਲੀ ਹੈ, ਤਾਂ ਅਸੀਂ ਉਹਦਾ ਸਹਾਰਾ ਬਣ ਕੇ ਉਹਦਾ ਕਿਸੇ ਨਾ ਕਿਸੇ ਤਰੀਕੇ ਫਾਇਦਾ ਚੱਕ ਸਕੀਏ। ਓਪਨਲੀ ਅਗਰ ਆਪਾਂ ਇਹ ਗੱਲ ਕਰੀਏ ਤਾਂ ਤੁਸੀਂ ਜਦੋਂ ਕੋਈ ਬੰਦਾ ਇੱਕ ਸੈਟਅਪ ਕਰ ਰਿਹਾ ਹੁੰਦਾ ਆਪਣੀ ਲਾਈਫ ਦੀ ਇੱਕ ਅੱਛੀ ਚੀਜ਼ ਨੂੰ, ਜਾਂ ਇੱਕ ਕੰਪਨੀ ਨੂੰ ਲਾ ਲਓ, ਜਾਂ ਆਪਣੇ ਕੰਮ ਨੂੰ, ਆਪਣੇ ਆਪ ਨੂੰ ਸੈਟਅਪ ਕਰ ਰਿਹਾ ਹੁੰਦਾ, ਤਾਂ ਉਹਨੂੰ ਬਹੁਤ ਸਾਰੇ ਹਰਡਲਸ ਵੀ ਆਉਂਦੇ ਨੇ, ਮੁਸ਼ਕਿਲਾਂ ਵੀ ਆਉਂਦੀਆਂ ਨੇ। ਤੁਸੀਂ ਉਹਨਾਂ ਨੂੰ ਓਵਰਕਮ ਕਰਨ ਦੇ ਲਈ ਤੁਹਾਡੇ ਕੋਲ ਇਦਾਂ ਦੀ ਮੋਟੀਵੇਸ਼ਨ, ਇਦਾਂ ਦੀ એનર્ਜੀ, ਉਹ ਚੈਲੰਜਸ ਨੂੰ ਜਿਹੜਾ ਤੁਸੀਂ ਓਵਰਕਮ ਕਰਦੇ ਸੀ, ਉਹ ਕਿਵੇਂ ਕਰਦੇ ਸੀ? ਕੀ એનર્ਜੀ, ਕੀ ਮੋਟੀਵੇਸ਼ਨ ਸੀ? ਕਿਉਂਕਿ ਸਪੈਸ਼ਲ ਮੈਸੇਜ ਇਹ ਉਹਨਾਂ ਲਈ ਹੈ ਜਿਹੜੀਆਂ ਸਾਡੀਆਂ ਭੈਣਾਂ ਜਾਂ ਸਾਡੇ ਤੋਂ ਛੋਟੀਆਂ ਕੁੜੀਆਂ ਪਿੰਡਾਂ 'ਚ ਬੈਠੀਆਂ ਨੇ ਅੱਜ ਵੀ, ਕੁਛ ਇਹ ਚਾਹੁੰਦੀਆਂ ਨੇ ਕਿ ਅਸੀਂ ਇੱਥੇ ਰਹਿ ਕੇ ਕਰੀਏ, ਚਾਹੇ ਛੋਟਾ ਕੰਮ ਕਰੀਏ। ਮਤਲਬ ਉਹ ਕਿਵੇਂ, ਉਹਨਾਂ ਨੂੰ ਵੀ ਚੈਲੰਜਸ ਆਉਣਗੇ, ਉਹ ਕਿਵੇਂ ਓਵਰਕਮ ਕਰ ਸਕਦੀਆਂ? ਹਾਂਜੀ, ਇਹ ਔਰਤ ਦੀ ਤਰੱਕੀ ਜਾਂ ਫਿਰ ਅੱਗੇ ਵਧ ਰਹੀਆਂ ਔਰਤਾਂ ਤੇ ਸਹਾਰਾ ਆਪਣੇ ਆਪ 'ਚ ਇੱਕ ਬੜਾ ਵਿਸ਼ਾਲ ਸਬਜੈਕਟ ਡਿਸਕਸ ਕਰਨ ਵਾਲਾ, ਇਹਦੇ ਤੇ ਓਪਨ ਗੱਲ ਹੋਣੀ ਚਾਹੀਦੀ ਆ। ਠੀਕ ਹੈ, ਸੋ ਤੁਸੀਂ ਕਿੰਨੇ ਵੀ ਅੱਗੇ ਜ਼ਿੰਦਗੀ 'ਚ ਚੱਲ ਜਾਓ, ਦੁਨੀਆ ਤੁਹਾਨੂੰ ਮਜਬੂਰ ਕਰਦੀ ਹੈ ਕਿ ਤੁਹਾਨੂੰ ਸਹਾਰਾ ਜਿਹੜਾ ਇੱਥੇ ਲੈਣਾ ਹੀ ਪਵੇਗਾ। ਠੀਕ ਹੈ, ਸੋ ਜੇ ਮੈਂ 11 ਸਾਲ ਦੇ ਵਿੱਚ 100 ਦੀ ਟੀਮ ਬਣਾਈ ਆ, ਤੇ ਮੇਰੀਆਂ ਆਪਣੀਆਂ ਨਜ਼ਰਾਂ 'ਚ ਮੈਂ ਕਾਫੀ ਪਿੱਛੇ ਆ। ਠੀਕ ਹੈ, ਮੈਨੂੰ ਇਦਾਂ ਨਹੀਂ ਲੱਗਦਾ ਕਿ 11 ਸਾਲ ਦਾ ਵਕਤ ਲੱਗਣਾ ਚਾਹੀਦਾ ਵਾ ਇੱਕ 100 ਬੱਚਿਆਂ ਦੀ ਟੀਮ ਬਣਾਉਣ ਲਈ। ਤੇ ਸਾਡੇ 'ਚ ਇੰਨੀ ਕੈਪੇਬਿਲਿਟੀ ਆ ਕਿ ਅਸੀਂ ਲੱਖਾਂ ਲੋਕਾਂ ਨੂੰ ਜੌਬ ਦੇ ਸਕਦੇ ਸੀ 11 ਸਾਲ 'ਚ। ਠੀਕ ਹੈ, ਪਰ ਉਹੀ ਕਿ ਇਹ ਉਹਨਾਂ ਔਰਤਾਂ ਦੀ ਕਹਾਣੀ ਆ ਮੇਰੇ ਵਰਗੀ ਕਿ ਜਿਹੜੇ ਸਹਾਰਾ ਨਹੀਂ ਲੈਂਦੇ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਜੇ ਤੁਹਾਨੂੰ ਰਾਈਟ ਪਾਰਟਨਰ ਨਹੀਂ ਮਿਲਦਾ ਜਾਂ ਪੇਰੈਂਟਸ ਤੁਹਾਨੂੰ ਸਪੋਰਟ ਨਹੀਂ ਕਰਦੇ, ਤੇ ਤੁਹਾਨੂੰ ਘਰ ਵਿੱਚ ਹੀ ਇੰਨਾ ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਤੂੰ ਮੇਰੇ ਸਹਾਰੇ ਤਰੱਕੀ ਕਰਦੀ ਹੈ ਨਾ। ਹਾਲਾਂਕਿ ਔਰਤ ਜਿਹੜੀ ਆ ਉਹ ਖੁਦ ਜੇ ਉਹਦੇ ਹੱਥ 'ਚ ਕੁਝ ਹੋਵੇ, ਉਹਦੇ ਕੋਲ ਚਾਹੇ ਪੈਸਾ ਹੋਵੇ, ਚਾਹੇ ਉਹਦੇ ਕੋਲ ਕੋਈ ਵੀ ਤਰ੍ਹਾਂ ਦਾ ਗੁਣ ਹੋਵੇ, ਤੇ ਉਹ ਸਹਾਰਾ ਦੇਣ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀ ਹੈ ਹਨਾ। ਜੇ ਮੈਂ ਤਰੱਕੀ ਦੇ ਰਾਹ ਤੇ ਹੋਵਾਂ, ਜਾਂ ਮੇਰੇ ਕੋਲ ਇਨਫ ਪੈਸੇ ਹੋਣ, ਜਾਂ ਮੇਰੇ ਕੋਲ ਵਕਤ ਹੋਵੇ, ਮੇਰੇ ਕੋਲ ਗੁਣ ਹੋਣ, ਤੇ ਮੈਂ ਔਰਤ ਦੀ ਨੇਚਰ ਜਿਹੜੀ ਗਿਵਿੰਗ ਹੈ, ਰੱਬ ਨੇ ਵੈਸੇ ਗਿਵਿੰਗ ਬਣਾਈ ਕਿ ਉਹ ਦੇਣਾ ਹੀ ਚਾਹੁੰਦੀ ਹੈ ਤੇ ਅੱਛਾ ਵੰਡ ਸਕਦੀ ਹੈ। ਸੋ ਪਹਿਲਾਂ ਤੇ ਉਹਨੂੰ ਘਰੋਂ ਹੀ ਕਈ ਵਾਰੀ ਇੰਨਾ ਪ੍ਰੈਸ਼ਰ ਬਿਲਡ ਹੋ ਜਾਂਦਾ ਹੈ ਕਿ ਨਹੀਂ, ਮੈਨੂੰ ਲੱਗਦਾ ਕਿ ਜੇ ਮੈਂ ਇਹ ਕੰਮ ਕਰਨਾ ਛੋਟਾ ਜਿਹਾ ਤੇ ਮੈਨੂੰ ਆਪਣੇ ਹਸਬੈਂਡ ਤੋਂ ਪੈਸੇ ਮੰਗਣੇ ਪੈਣਗੇ, ਮੈਨੂੰ ਆਪਣੇ ਫਾਦਰ ਤੋਂ ਮੰਗਣੇ ਪੈਣਗੇ, ਬ੍ਰਦਰ ਤੋਂ ਮੰਗਣੇ ਪੈਣਗੇ। ਉਹਨੂੰ ਇੱਕ ਜੈਨੂਇਨਲੀ ਆਟੋਮੈਟਿਕ ਮਾਹੌਲ ਨਹੀਂ ਮਿਲ ਰਿਹਾ ਕਿ ਆਪੇ ਕੋਈ ਉਹਦੇ ਤੇ ਵਿਸ਼ਵਾਸ ਕਰੇ, ਕੋਈ ਉਹਨੂੰ ਕਵੇ ਕਿ ਤੁਸੀਂ ਵਾਕਈ ਐਮਏ ਇੰਗਲਿਸ਼ ਕੀਤੀ ਆ ਹਨਾ, ਤੁਸੀਂ ਜਰਨਲਿਜ਼ਮ ਦੀ ਪੜ੍ਹਾਈ ਕੀਤੀ ਆ ਹਨਾ, ਤੇ ਤੁਸੀਂ ਜਿਹੜਾ ਵਾ ਤੁਹਾਨੂੰ ਆਪਾਂ 10 ਲੱਖ ਰੁਪਏ ਦਿੱਤਾ ਫੈਮਿਲੀ ਨੇ, ਤੇ ਤੁਸੀਂ ਆਪਣਾ ਕੁਝ ਸ਼ੁਰੂ ਕਰੋ, YouTube ਚੈਨਲ ਸ਼ੁਰੂ ਕਰੋ, ਆਪਣਾ ਕੋਈ ਚੈਨਲ ਸ਼ੁਰੂ ਕਰੋ, ਆਪਣਾ ਕੋਈ ਅਖਬਾਰ ਸ਼ੁਰੂ ਕਰੋ ਹਨਾ। ਸੋ ਔਰਤ ਤੇ ਜਿਹੜਾ ਵਿਸ਼ਵਾਸ ਨਾ ਜਤਾਉਣਾ, ਉਹਦੀ ਪੂਰੀਆਂ ਸਾਰੀ ਔਰਤਾਂ ਦੀ ਕਮਿਊਨਿਟੀ ਦੇ ਵਿੱਚ ਇੱਕ ਬੜਾ ਬਹੁਤ ਨੈਗੇਟਿਵ ਚੀਜ਼ ਹੈ, ਬੜੀ ਦਰਦ ਭਰੀ ਚੀਜ਼ ਹੈ ਕਿ ਔਰਤ ਨੂੰ ਇਸ ਟਾਈਮ ਸਿਰਫ ਇੱਕ ਵਿਸ਼ਵਾਸ ਦੀ ਹੀ ਕਮੀ ਹੈ। ਉਸ ਤੋਂ ਬਾਅਦ ਉਹਦੇ ਗੁਣਾਂ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ। ਠੀਕ ਹੈ, ਹੁਣ ਮੈਂ ਅੱਜ ਦੇ ਦਿਨ ਚਾਹੇ 130 ਬੰਦਿਆਂ ਨੂੰ ਜੌਬ ਦੇ ਰਹੀ ਹਾਂ, ਉਹਨਾਂ ਨੂੰ ਪੇ ਕਰਦੀ ਹਾਂ, ਠੀਕ ਹੈ, ਪਰ ਬਿਨਾਂ ਹਸਬੈਂਡ ਦੇ, ਬਿਨਾਂ ਮੇਰੇ ਪਾਪਾ ਕੋਲ ਨਹੀਂ ਹੈਗੀ ਕਿੱਲਿਆਂ ਦੀ ਜ਼ਮੀਨ ਹਨਾ, ਬੈਂਕ ਨੂੰ ਵਿਸ਼ਵਾਸ ਨਹੀਂ ਹੈਗਾ ਕਿ ਮੈਂ ਕਰ ਸਕਦੀ ਹਾਂ। ਭਾਵੇਂ ਮੈਂ ਅੱਜ ਪ੍ਰਧਾਨ ਮੰਤਰੀ ਕੋਲ ਚਲ ਗਈ ਹਾਂ, ਭਾਵੇਂ IIT IIM ਹਰ ਦੁਨੀਆ ਦਾ ਕਾਲਜ ਮੈਨੂੰ ਸੁਣਦਾ, ਦੁਨੀਆ ਦਾ ਅਖਬਾਰ ਮੈਨੂੰ ਲਿਖਦਾ, ਦੁਨੀਆ ਦਾ ਚੈਨਲ ਮੈਨੂੰ ਕਵਰ ਕਰਦਾ, ਭੀੜਾਂ ਦੀ ਭੀੜ ਲਾ ਲਓ, ਲੱਖਾਂ ਲੋਕ ਮੇਰੇ ਤੇ ਵਿਸ਼ਵਾਸ ਕਰ ਰਹੇ ਨੇ, ਪਰ ਜਿੱਥੇ ਉਸ ਵਿਸ਼ਵਾਸ ਦੀ ਸਾਨੂੰ ਲੋੜ ਆ ਉੱਥੇ ਕਿਤੇ ਕਮੀ ਹੈ। ਤੇ ਲਾਸਟ ਜਿਹੜਾ ਮੈਂ ਕਹਿਣਾ ਚਾਹੁੰਦੀ ਕਿ ਹੁਣ ਐਸੀਆਂ ਉਦਾਹਰਨਾਂ ਦੀ ਲੋੜ ਆ ਸਮਾਜ ਵਿੱਚ ਕਿ ਜਿੱਥੇ ਔਰਤਾਂ ਨੇ ਸਹਾਰੇ ਨਹੀਂ ਲਏ ਤੇ ਆਪਣੇ ਬਲਬੂਤੇ ਤੇ ਕੁਝ ਕੀਤਾ, ਉਹ ਭਾਵੇਂ ਥੋੜਾ ਹੀ ਹੋਵੇ, ਪਰ ਉਹ ਜਿਹੜਾ ਥੋੜਾ ਹੋਇਆ ਵਾ ਉਹ ਐਸਾ ਰਾਹ ਬਣ ਜਾਂਦਾ ਕਿ ਤੁਸੀਂ ਉਸ ਰਾਹ ਤੇ ਫਿਰ ਹਜ਼ਾਰਾਂ ਹੋਰ ਔਰਤਾਂ ਨੂੰ ਤੋਰ ਸਕਦੇ, ਕਿਉਂਕਿ ਤੁਸੀਂ ਆਪੇ ਬਣਾਇਆ। ਤੇ ਥੋੜਾ ਕੰਮ ਕਰ ਲਓ, ਛੋਟਾ ਕੰਮ ਕਰ ਲਓ, ਘੱਟ ਕਰ ਲਓ, ਠੀਕ ਹੈ, ਪਰ ਕੋਸ਼ਿਸ਼ ਇਹੀ ਕਰੋ ਕਿ ਸਹਾਰੇ ਤੁਹਾਨੂੰ ਨਾ ਲੈਣੇ ਪੈਣ। ਪਰ ਕਦੀ ਵੀ ਆਪਣੀ ਡਿਗਨਿਟੀ ਨੂੰ ਦਾਅ ਤੇ ਲਾ ਕੇ
ਠੀਕ ਹੈ। ਆਪਣੇ ਆਪ ਨੂੰ ਜੋ ਤੁਸੀਂ ਜ਼ਿੰਦਗੀ 'ਚ ਵਿਲਿੰਗਲੀ ਨਹੀਂ ਕਰਨਾ ਚਾਹੁੰਦੇ ਉਹਨੂੰ ਕਰਕੇ ਜਿਹੜਾ ਵਾ ਉਹ ਸਹਾਰੇ ਕਦੀ ਵੀ ਨਾ ਲਓ, ਕਿਉਂਕਿ ਉਹ ਤੁਹਾਡੀ ਆਤਮਾ ਤੇ ਤੁਹਾਡੇ ਆਪਣੇ ਆਪ ਤੇ ਬੋਝ ਬਣਦੀਆਂ ਉਹ ਚੀਜ਼ਾਂ, ਤੁਹਾਡੇ ਕੋਲ ਫਿਰ ਕੰਮ ਨਹੀਂ ਹੋ ਸਕਦਾ। ਸੋ ਇਹ ਕਿ ਥੋੜਾ ਕਰ ਲਓ, ਛੋਟੀ ਜਰਨੀ ਰੱਖੋ, ਹੌਲੀ ਜਰਨੀ ਰੱਖੋ, ਬਟ ਇੱਕ ਦਿਨ ਐਸਾ ਆ ਹੀ ਜਾਂਦਾ ਹੈ ਜਿਵੇਂ ਕਿ ਮੇਰੀ ਜ਼ਿੰਦਗੀ 'ਚ ਕਹਿ ਸਕਦੇ ਹੋ ਕਿ 70-80% ਤੱਕ ਮੈਂ ਪਹੁੰਚ ਗਈ ਹਾਂ ਤੇ ਹੋਰ 30% ਕਵਰ ਹੋ ਜਾਏਗਾ। ਇੱਕ ਦਿਨ ਐਸਾ ਆ ਹੀ ਜਾਂਦਾ ਹੈ ਕਿ ਲੋਕ ਤੁਹਾਨੂੰ ਔਰਤ ਦੀ ਨਜ਼ਰ ਨਾਲ ਵੇਖਣਾ ਬੰਦ ਕਰ ਦਿੰਦੇ ਨੇ, ਕਾਰੋਬਾਰੀ ਦੇ ਰੂਪ 'ਚ ਹੀ ਦੇਖਦੇ ਨੇ। ਵਾਕਈ ਇੱਕ ਤੁਹਾਨੂੰ ਤੁਹਾਡੇ 'ਚ ਮਰਦ ਔਰਤ ਵਾਲੀ ਜਿਹੜੀ ਤੁਹਾਡਾ ਤੁਹਾਡਾ ਤੁਸੀਂ ਔਰਤ ਹੋ ਜਾਂ ਮਰਦ ਹੋ ਉਸ ਨਜ਼ਰ ਨਾਲ ਤੁਹਾਨੂੰ ਨਹੀਂ ਵੇਖਦੇ, ਤੁਹਾਨੂੰ ਇੱਕ ਨਿਊਟਰਲ ਫਿਗਰ ਵਾਂਗ ਲੋਕ ਦੇਖਣਾ ਜਿਹੜਾ ਸ਼ੁਰੂ ਕਰ ਦਿੰਦੇ। ਪਰ ਉਹਦੇ ਲਈ ਤੁਹਾਨੂੰ ਖੁਦ ਰਾਹ ਬਣਾ ਕੇ ਖੁਦ ਮਿਹਨਤ ਕਰਕੇ ਕਿਤੇ ਪਹੁੰਚਣਾ ਪਏਗਾ ਬਿਨਾਂ ਸਹਾਰੇ ਦੇ। ਮੈਂ ਨਾ ਤੁਹਾਡੇ ਤੋਂ ਕੁਐਸਚਨ ਇਸ ਕਰਕੇ ਕੀਤਾ, ਮੈਂ ਨਾ ਰੀਸੈਂਟ ਇਨਸੀਡੈਂਟ ਹੋਇਆ ਜਿਹੜਾ ਤੁਸੀਂ ਅੰਮ੍ਰਿਤਸਰ ਦਾ ਦੇਖਿਆ ਕਿ ਇੱਕ ਫਾਦਰ ਨੇ ਕਿਵੇਂ ਆਪਣੀ ਡਾਟਰ ਦਾ ਮਰਡਰ ਕੀਤਾ। ਮਤਲਬ ਮੈਂ ਉਹਦੇ ਤੇ ਜਾਣਨਾ ਚਾਹੁੰਦਾ ਸੀ ਕਿ ਤੁਹਾਡਾ ਨਜ਼ਰੀਆ ਕੀ ਹੈ, ਤੁਸੀਂ ਕੀ ਸੋਚਦੇ ਹੋ ਕਿ ਕਤਲ ਕਰ ਦੇਣਾ ਕੋਈ ਸਮੱਸਿਆ ਦਾ ਹੱਲ ਹੈ, ਜਾਂ ਇੱਕ ਕਤਲ ਵਰਗੀ ਬਿਰਤੀ ਇਨਸਾਨ ਫਾਦਰ ਫਿਗਰ ਦੇ ਵਿੱਚ ਜਾਂ ਬ੍ਰਦਰ ਦੇ ਵਿੱਚ ਔਰਤ ਦੇ ਪ੍ਰਤੀ ਇਦਾਂ ਦੀ ਕਿਉਂ ਆਉਂਦੀ ਹੈ? ਦੇਖੋ ਉਸ ਕੇਸ ਦੇ ਵਿੱਚ ਇਹੀ ਹੈ ਕਿ ਗਲਤੀ ਸਾਡੀ ਆ, ਹਨਾ, ਤੇ ਅਸੀਂ ਆਪਣੇ ਆਪ ਨੂੰ ਸਜ਼ਾ ਦੇ ਰਹੇ। ਇੱਕ ਫਾਦਰ ਦੀ ਆਪਣੀ ਗਲਤੀ ਆ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਸਹੀ ਨਹੀਂ ਕੀਤੀ ਤੇ ਉਹ ਆਪਣੇ ਬੱਚੇ ਨੂੰ ਮਾਰ ਕੇ ਆਪਣੇ ਆਪ ਨੂੰ ਸਜ਼ਾ ਦੇ ਰਿਹਾ ਵਾ, ਠੀਕ ਹੈ। ਇਦਾਂ ਨਹੀਂ ਕਿ ਉਹਨੂੰ ਕੋਈ ਪ੍ਰਾਊਡ ਫੀਲ ਹੋਣਾ ਹੁਣ, ਠੀਕ ਹੈ, ਉਹਨੇ ਅਹਿਸਾਸ ਹੋਣਾ ਹੀ ਆ, ਉਹਨੇ ਕਤਲ ਕੀਤਾ, ਉਹਨੂੰ ਅਹਿਸਾਸ ਹੋਣਾ ਹੀ ਆ, ਠੀਕ ਹੈ। ਸੋ ਇਹ ਹੈ ਕਿ ਦੂਸਰਾ ਪੱਖ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ, ਠੀਕ ਹੈ, ਉਹ ਜਿਹੜਾ ਇੱਕ ਸਾਡਾ ਕਲਚਰ ਟ੍ਰੈਡੀਸ਼ਨ ਬਣਿਆ ਵਾ ਉਹ ਵੀ ਆਪਣੀ ਜਗ੍ਹਾ ਠੀਕ ਹੈ, ਠੀਕ ਹੈ। ਛੋਟੇ ਛੋਟੇ ਪਿੰਡ ਹੁੰਦੇ 300 ਬੰਦਿਆਂ ਦੇ, 200 ਬੰਦਿਆਂ ਦੇ, 600 ਬੰਦਿਆਂ ਦੇ, ਹਨਾ, ਤੇ ਉਹਦੇ ਵਿੱਚ ਵੀ ਸਮਝੋ 40 ਕੁੜੀਆਂ ਵਾ, ਠੀਕ ਹੈ। ਉਹਦੇ ਵਿੱਚ ਵੀ ਇਸ ਨਜ਼ਰ ਨਾਲ ਹੀ ਸਾਰੇ ਉਹਨੂੰ ਵੇਖਣ ਤੇ ਉਹ ਇੱਕ ਬੜਾ ਟਫ ਹੋ ਜਾਂਦਾ ਕਈ ਵਾਰ, ਲੋਕਾਂ ਨੂੰ ਨਹੀਂ ਪਸੰਦ ਸਾਡਾ ਟ੍ਰੈਡੀਸ਼ਨ ਹੁੰਦਾ ਬਣਿਆ। ਪਰ ਉਹੀ ਕਿ ਪਰਵਰਿਸ਼ ਵਿੱਚ ਸਾਡੇ ਪਿੰਡ ਦੀ, ਸਾਡੇ ਆਲੇ ਦੁਆਲੇ ਦੀ ਸਾਡੀ ਹੀ ਜਿਹੜੀ ਆ ਕਮੀ ਆ, ਤੇ ਉਹ ਬੜਾ ਹੀ ਦੁੱਖ ਲੱਗਦਾ। ਹੁਣ ਪਰਵਰਿਸ਼ ਦੇ ਵਿੱਚ ਦੇਖੋ ਕਿ ਜਦੋਂ ਬੱਚੀਆਂ ਕੈਨੇਡਾ ਜਾਂਦੀਆਂ, ਇੱਥੋਂ ਮੁੰਡੇ ਵੀ ਉਹਨਾਂ ਤੇ ਹੱਸਦੇ ਆ, ਕੁੜੀਆਂ ਵੀ ਹੱਸਦੀਆਂ, ਉੱਥੋਂ ਦੇ ਮੁੰਡੇ ਕੁੜੀਆਂ ਵੀ ਉਹਨਾਂ ਤੇ ਹੱਸਦੇ, ਉਹਨਾਂ ਨੂੰ ਲੱਗਦਾ ਕਿ ਇਹ $100 ਮਗਰ ਜਿਹੜੀਆਂ ਉਹ ਕਿਸੇ ਨਾਲ ਵੀ ਰਹਿਣ ਨੂੰ ਤਿਆਰ ਹੈ, ਤੇ ਉਹਨਾਂ ਨੂੰ ਲੱਗਦਾ ਕਿ ਕੋਈ ਸਾਨੂੰ ਵੇਖ ਨਹੀਂ ਰਿਹਾ, ਠੀਕ ਹੈ। ਸੋ ਤੇ ਕਮੀ ਕਿੱਥੇ ਹੈ? ਕਮੀ ਇਹੀ ਹੈ ਕਿ ਅਸੀਂ ਜੇ ਪਰਵਰਿਸ਼ ਸਹੀ ਕੀਤੀ ਹੋਊਗੀ, ਠੀਕ ਹੈ, ਅਸੀਂ ਜੇ ਬੱਚੇ ਨਾਲ ਇੰਨੀ ਇਮੋਸ਼ਨਲ ਅਟੈਚਮੈਂਟ ਉਹਦੇ ਨਾਲ ਸਾਡੀ ਹੋਏਗੀ ਤੇ ਉਹਨੂੰ ਅੱਛੇ ਸੰਸਕਾਰ ਦਿੱਤੇ ਹੋਣਗੇ, ਤੇ ਇਹ ਵੀ ਸੱਚ ਆ ਕਿ ਉਹ ਕਿਤੇ ਵੀ ਚੱਲ ਜੇ ਉਹਨੂੰ ਉਹਦੇ ਸੰਸਕਾਰ ਜਿਹੜੇ ਆ ਨਹੀਂ ਬਦਲ ਸਕਦੇ। ਜੇ ਉਹ ਵੈਜੀਟੇਰੀਅਨ ਆ ਤੇ ਵੈਜੀਟੇਰੀਅਨ ਹੀ ਰਹੂਗਾ। ਜੇ ਉਹਨੂੰ ਪਤਾ ਕਿ ਮੈਂ ਬੰਨਾ ਬੰਦਾ ਮੈਨੂੰ ਨਹੀਂ ਹੱਥ ਲਾ ਸਕਦਾ ਤੇ ਉਹਨੂੰ ਉਹ ਨਹੀਂ ਲਾਣ ਦੇਵੇਗੀ ਜਾਂ ਨਹੀਂ ਲਾਣ ਦੇਵੇਗਾ। ਕਈ ਮੁੰਡੇ ਵੀ ਇਦਾਂ ਦੇ ਹੁੰਦੇ ਨੇ, ਰਾਈਟ, ਜੋ ਉਹਨਾਂ ਨੇ ਸਿੱਖਿਆ ਉਹਨਾਂ ਨੇ ਫੋਲੋ ਕਰਨਾ, ਠੀਕ ਹੈ। ਸੋ ਇਹਦੇ ਵਿੱਚ ਅੱਜ ਇੰਨੀ ਬਹਿਸ ਹੋ ਰਹੀ, ਜਿਹੜੇ ਤੁਸੀਂ ਇਨਸੀਡੈਂਟ ਕਹਿੰਦੇ, ਇਹੋ ਜਿਹੇ ਕਿੰਨੇ ਇਨਸੀਡੈਂਟ ਹੁੰਦੇ ਹਨਾ, ਤੇ ਜੋ ਵੀ ਆ ਇਹਦੇ ਵਿੱਚ ਮੈਂ ਤੇ ਜਿਹੜਾ ਉਸ ਬੱਚੇ ਨੂੰ ਘਰੋਂ ਮਾਹੌਲ ਮਿਲਦਾ ਜਾਂ ਉਹਦੇ ਆਲੇ ਦੁਆਲੇ ਤੋਂ ਮਿਲਦਾ, ਉਹਨੂੰ ਹੀ ਕਸੂਰਵਾਰ ਮੈਂ ਮੰਨਦੀ ਹਾਂ, ਨਾ ਕਿ ਬੱਚੇ ਨੂੰ ਕਸੂਰਵਾਰ ਮੰਨਦੀ। ਕੋਈ ਇਦਾਂ ਦੀ ਕਹਾਣੀ ਤੁਹਾਡੇ ਕੋਲ ਹੈ ਜਿਹਦੇ ਨਾਲ ਤੁਹਾਨੂੰ ਇਹ ਲੱਗਦਾ ਹੋਵੇ ਕਿ ਮੇਰੇ ਨਾਲ ਕੁਝ ਇਦਾਂ ਦਾ ਇਨਸੀਡੈਂਟ ਹੋਇਆ ਲਾਈਫ ਦੇ ਵਿੱਚ ਕਿ ਜਿਹਦੇ ਨਾਲ ਬਹੁਤ ਸਾਰਾ ਮੈਨੂੰ ਇਹ ਚੀਜ਼ਾਂ 'ਚ ਬਦਲਾਅ ਆਉਣਾ ਚਾਹੀਦਾ ਹੈ ਸਮਾਜ ਦੇ ਵਿੱਚ, ਹਜੇ ਵੀ ਇਹ ਚੀਜ਼ਾਂ ਹੈਗੀਆਂ? ਕਿ ਤੁਸੀਂ ਇਦਾਂ ਦਾ ਇਨਸੀਡੈਂਟ ਹੈ ਜਿਹੜਾ ਸ਼ੇਅਰ ਕਰਨਾ ਚਾਹੁੰਦੇ ਹੋ ਕੁਝ ਆਪਣੀ ਲਾਈਫ ਦੇ ਵਿੱਚ? ਸੋ ਇਨਸੀਡੈਂਟ ਤੇ ਖੂਬ ਆ, ਬਟ ਮੈਨੂੰ ਕਿਤੇ ਇਹ ਲੱਗਦਾ ਕਿ ਸੁਣਵਾਈ ਨਹੀਂ ਹੈਗੀ, ਹਨਾ। ਸਾਡੇ ਹੁਣ ਲੋਕ ਕਹਿੰਦੇ ਨੇ ਕਿ ਤੁਸੀਂ ਰੌਲਾ ਤੇ ਬਹੁਤ ਪਾਉਂਦੇ ਹੋ ਕਿ ਪੰਜਾਬ ਬਹੁਤ ਵਧੀਆ, ਹਨਾ, ਪਰ ਤੁਸੀਂ ਕਮੀਆਂ ਨਹੀਂ ਦੇਖਦੇ, ਹਨਾ। ਤੇ ਉਦੋਂ ਮੈਨੂੰ ਬਹੁਤ ਦੁੱਖ ਲੱਗਦਾ ਕਿ ਜਦੋਂ ਜੈਨੂਇਨ ਕੇਸਿਸ ਹੁੰਦੇ ਆ ਤੇ ਕਈ ਵਾਰੀ ਸੁਣਵਾਈ ਨਹੀਂ ਹੋ ਪਾਉਂਦੀ, ਤੇ ਮੈਨੂੰ ਲੱਗੀ ਹਜ਼ਾਰਾਂ ਹੀ ਲੋਕ ਬਹੁਤ ਸੋਹਣਾ ਲਿਖਦੇ ਆ, ਮੈਸੇजेस ਆਉਂਦੇ। ਤੇ ਰੀਸੈਂਟ ਮੇਰੇ ਨਾਲ ਜਿੱਦਾਂ ਤੁਸੀਂ ਇਨਸੀਡੈਂਟ ਦੀ ਗੱਲ ਕਰ ਰਹੇ ਹੋ, ਇੱਕ ਪਰਸਨ ਸੀ ਲੁਧਿਆਣੇ ਤੋਂ, ਤੇ ਉਹ ਮੈਨੂੰ ਮੈਸੇਜ ਕਰ ਰਹੀ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ, ਤੇ ਮੈਂ ਤੇ ਹਜ਼ਾਰਾਂ ਹੀ ਮੈਸੇਜ ਕਦੀ ਵੇਖਦੀ ਨਹੀਂ, ਮੇਰੇ ਕੋਲ ਨਹੀਂ ਵੇਖੇ ਜਾਂਦੇ, ਠੀਕ ਹੈ। ਬਹੁਤ ਜ਼ਿਆਦਾ ਇਨਫਲੋ, ਇੱਕੋ ਨੰਬਰ ਆ ਮੇਰੇ ਕੋਲ, ਐਂਡ ਹੀ ਵਾਜ਼ ਵੈਰੀ ਨਾਈਸ, ਰਾਈਟ। ਤੇ ਉਹਨਾਂ ਦੇ ਬੱਚੇ 2 ਛੋਟੇ ਵਾਈਫ, ਤੇ ਫਿਰ ਉਹਨਾਂ ਨੇ ਮੈਨੂੰ 2-4 ਵਾਰੀ ਫੋਨ ਵੀ ਕੀਤੇ, ਮੈਸੇਜ ਵੀ ਕੀਤੇ, ਠੀਕ ਹੈ। ਤੇ ਮੈਂ ਚੁੱਕਿਆ ਨਹੀਂ, ਤੇ ਬਾਅਦ ਚੋਂ ਮੈਂ ਇੱਕ ਦਿਨ ਲੁਧਿਆਣੇ ਆਈ ਮੈਂ, ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੀ ਨਾ ਡੈਥ ਹੋ ਗਈ,
ਠੀਕ ਹੈ। ਤੇ ਮੈਂ ਫਿਰ ਉਹ ਮੈਸੇਜ ਉੱਪਰੋਂ ਤੇ ਦੇਖੀ ਜਾਂਦੇ ਨਾ ਸਾਨੂੰ ਥੋੜੇ ਬਹੁਤ, ਤੇ ਫਿਰ ਮੈਂ ਉਸ ਬੰਦੇ ਦੇ WhatsApp ਮੈਸੇजेस ਕੱਢੇ ਕਿ ਉਹ ਕਿੰਨਾ ਜ਼ਿਆਦਾ ਮੈਨੂੰ ਲਿਖ ਰਿਹਾ ਸੀ ਕਿ ਮੈਂ ਨਾ ਮੈਂਟਲੀ ਬੜਾ ਪਰੇਸ਼ਾਨ ਆ, ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨੀ ਆ ਕੋਈ, ਤੇ ਤੁਸੀਂ ਮੈਨੂੰ ਟਾਈਮ ਦਿਓ, ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਹਾਂ, ਹੈ ਨਾ। ਤੇ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਮੈਂ ਉਹਦੀ ਗੱਲ ਵੀ ਨਹੀਂ ਸੁਣ ਸਕੀ, ਕਿਉਂਕਿ ਮੈਂ ਮੰਨਦੀ ਕਿ ਮੇਰੇ 'ਚ 90% ਕਨਵਿੰਸਿੰਗ ਪਾਵਰ ਹੈਗੀ ਹੈ ਕਿ ਆਈ ਕੈਨ ਕਾਉਂਸਲ ਸਮਬਡੀ, ਹੈ ਨਾ। ਅਸੀਂ ਉਹਨੂੰ ਉਹਦੇ ਮੈਂਟਲ ਸਟੇਟਸ 'ਚੋਂ ਬਾਹਰ ਕੱਢ ਸਕਦੇ ਹਾਂ। ਤੇ ਬੜੀ ਮਾੜੀ ਗੱਲ ਆ ਕਿ ਅੱਜ ਅਸੀਂ ਆਪਣੇ ਨਾਲ ਲੋਕਾਂ ਨੂੰ ਸੁਣ ਵੀ ਨਹੀਂ ਰਹੇ। ਕੋਈ ਆਪਾਂ ਕੈਨੇਡਾ ਭੇਜ ਰਹੇ ਹਾਂ, ਆਸਟ੍ਰੇਲੀਆ ਭੇਜ ਰਹੇ ਹਾਂ ਨਾ। ਅਸੀਂ ਉਹ ਮੂਵੀ ਆਈ ਨਾ ਕਲੀ ਚੋਟਾ, ਠੀਕ ਹੈ, ਸੋ ਉਹਨੂੰ ਮੈਂ ਵਨ ਆਫ ਦਾ ਬੈਸਟ ਮੂਵੀਜ਼ ਕੰਸੀਡਰ ਕਰਦੀ, ਠੀਕ ਹੈ। ਜਿਹਨੇ ਲਿਖੀ ਆ ਉਹ ਮਤਲਬ ਕਿ ਇਹੋ ਜਿਹੀਆਂ ਮੂਵੀਜ਼ ਦੀ ਬੜੀ ਲੋੜ ਆ, ਪਰ ਪ੍ਰੋਬਲਮ ਇਹ ਆ ਕਿ ਇਹਨਾਂ ਨੂੰ ਸਮਝਣਾ ਬਹੁਤ ਔਖਾ, ਠੀਕ ਹੈ। ਅੱਜ ਕੱਲ੍ਹ ਸਾਡਾ ਸਮਾਜ ਇਦਾਂ ਦਾ ਬਣ ਚੁੱਕਾ ਹੈ ਕਿ ਐਸੇ ਬਹੁਤ ਸਾਰੇ ਅਪਰਾਧ ਬਣ ਚੁੱਕੇ ਨੇ ਕਿ ਜਿਨ੍ਹਾਂ ਦੀ ਕੋਈ ਸਜ਼ਾ ਹੀ ਹੈ ਨਹੀਂ ਤੇ ਲੋਕ ਜਿਹੜੀ ਉਹ ਭੁਗਤ ਰਹੇ ਨੇ, ਠੀਕ ਹੈ। ਸੋ ਸਾਡਾ ਪੋਪੂਲੇਸ਼ਨ ਬਹੁਤ ਜ਼ਿਆਦੀ ਆ, ਹੈ ਨਾ। ਸਰਕਾਰਾਂ ਕੀ ਕਰਨ? ਅਸੀਂ ਵਰਲਡ ਦੀ ਲਾਰਜੈਸਟ ਪੋਪੂਲੇਸ਼ਨ ਆ। ਸਾਨੂੰ ਜਲਦੀ ਤੋਂ ਜਲਦੀ ਇਹ ਮੰਨਣਾ ਪਏਗਾ ਕਿ ਸਾਨੂੰ ਖੁਦ ਹੀ ਅੱਛੇ ਇਨਸਾਨ ਬਣਨਾ ਪਏਗਾ, ਸਾਡੇ ਖੁਦ 'ਚ ਹੀ ਅੱਛੇ ਸੰਸਕਾਰ ਚਾਹੀਦੇ ਆ। ਸਾਨੂੰ ਵੇਟ ਨਹੀਂ ਕਰਨਾ ਕਿ ਦੂਜਾ ਸਾਡੇ ਮਹੱਲੇ ਦੀ ਸਫਾਈ ਕਰੇ, ਦੂਜਾ ਸਾਡੇ ਬੱਚਿਆਂ ਤੋਂ ਸ਼ਰਾਬ ਦੂਰ ਕਰੇ, ਦੂਸਰਾ ਸਾਡੇ ਬੱਚਿਆਂ ਨੂੰ ਪੜ੍ਹਾਏ, ਠੀਕ ਹੈ, ਦੂਸਰਾ ਸਾਡੇ ਬੱਚਿਆਂ ਨੂੰ ਲੋਨ ਦੇਵੇ ਕਿ ਉਹਨੇ ਬਾਹਰ ਜਾਣਾ ਵਾ, ਠੀਕ ਹੈ। ਅਸੀਂ ਆਪਣੇ ਘਰੇ 4 ਜਣੇ ਖੁਸ਼ੀ ਪੈਦਾ ਕਰ ਸਕਦੇ ਹਾਂ, ਅੱਛਾ ਮਾਹੌਲ ਪੈਦਾ ਕਰ ਸਕਦੇ ਹਾਂ। ਲੋਕ ਉਹਨੂੰ ਕਹਿਣ ਕਿ ਤੂੰ ਗੁਰਦੁਆਰੇ ਜਾਇਆ ਕਰ, ਠੀਕ ਹੈ, ਅਸੀਂ ਕਿਉਂ ਨਹੀਂ ਜਿਹੜਾ ਕਹਿ ਰਹੇ। ਸੋ ਛੋਟੇ ਹੁੰਦੇ ਹੀ ਬੱਚਿਆਂ ਤੋਂ ਦੂਰੀਆਂ ਨਹੀਂ, ਉਹਨਾਂ ਦੇ ਨੇੜੇ ਰਹਿਣਾ ਬਹੁਤ ਜ਼ਰੂਰੀ। ਇਸ ਕਰਕੇ ਜਿਹੜੀਆਂ ਮਾਵਾਂ ਆਪਣੀ ਜੌਬ ਛੱਡ ਕੇ, ਆਪਣਾ ਕੰਮਕਾਜ ਛੱਡ ਕੇ ਕਈ ਵਾਰੀ ਉਹ ਆਪਣੇ ਬੱਚਿਆਂ ਦੇ ਸਮਰਪਿਤ ਹੋ ਜਾਂਦੀਆਂ, ਉਹਨਾਂ ਲਈ ਵੀ ਮੈਨੂੰ ਬਹੁਤ ਰਿਗਾਰਡ ਆ ਕਿ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਕਰਕੇ ਸਮਾਜ ਬਚਿਆ ਹੋਇਆ, ਕਿ ਉਹਨਾਂ ਨੇ ਕੁਝ ਬੱਚਿਆਂ ਦਾ ਵਧੀਆ ਧਿਆਨ ਰੱਖ ਲਿਆ ਤੇ ਸਮਾਜ ਚੰਗਿਆਈ ਵੱਲ ਵੀ ਕਿਤੇ ਨਾ ਕਿਤੇ ਨੂੰ ਬਚਿਆ ਹੋਇਆ ਵਾ। ਉਹਨਾਂ ਦੇ ਸੈਕਰੀਫਾਈਸ ਨਾਲ ਹੀ ਸਾਡਾ ਜਿਹੜਾ ਕਲਚਰ ਹੈ, ਟ੍ਰੈਡੀਸ਼ਨ ਹੈ, ਹਜੇ ਵੀ ਸਾਡੇ ਅੰਦਰ ਅੱਛੀਆਂ ਚੀਜ਼ਾਂ ਜਿਹੜੀਆਂ ਜੁੜੀਆਂ। ਇੱਕ ਨਾ ਤੁਸੀਂ ਸੋਸ਼ਲ ਵਰਕ ਕਰਦੇ ਸੀ ਸਟਾਰਟਿੰਗ ਦੇ ਵਿੱਚ, ਮੈਂ ਤੁਹਾਨੂੰ ਉਦੋਂ ਦਾ ਫੋਲੋ ਕਰਦਾ ਕਿ ਤੁਸੀਂ ਸ਼ੂਜ਼, ਯੂਨੀਫਾਰਮਸ, ਬੁੱਕਸ ਇਹ ਚੀਜ਼ਾਂ ਡਿਸਟ੍ਰੀਬਿਊਟ ਕਰਦੇ ਸੀ, ਵੰਡਦੇ ਸੀ ਬੱਚਿਆਂ ਨੂੰ ਸਕੂਲਸ ਦੇ ਵਿੱਚ ਜਾ ਕੇ। ਤਦ ਨਾ ਜਦੋਂ ਕੋਈ ਸੋਸ਼ਲ ਵਰਕ ਕਰਦੇ ਆ, ਕੋਈ ਵੀ ਸਮਾਜ 'ਚ ਚੰਗਾ ਕੰਮ ਕਰਦਾ ਹੈ, ਉਹਦੀ ਟੰਗ ਖਿੱਚਣ ਵਾਲੇ ਤਾਂ ਹੈਗੇ ਹੀ ਹੈਗੇ। ਤੇ ਬੀਇੰਗ ਅ ਵੂਮਨ ਤੁਹਾਨੂੰ ਵੀ ਬਹੁਤ ਲੋਕ ਲੱਤ ਖਿੱਚਦੇ ਹੋਣਗੇ, ਲੈਗ ਪੁੱਲ ਕਰਦੇ ਹੋਣਗੇ, ਕਿਸੇ ਗੱਲ ਤੇ ਮਾੜਾ ਚੰਗਾ ਵੀ ਬੋਲਦੇ ਹੋਣਗੇ। ਕੋਈ ਇਦਾਂ ਦੀ ਕਹਾਣੀ ਜਿਹਦੇ ਨਾਲ ਤੁਹਾਨੂੰ ਇਹ ਲੱਗਿਆ ਹੋਵੇ ਕਿ ਯਾਰ ਚੰਗਾ ਕੰਮ ਕਰਕੇ ਵੀ ਸਮਾਜ ਇੰਨਾ ਮਾੜਾ ਬੋਲ ਰਿਹਾ ਹੈ? ਕੋਈ ਤੁਹਾਡੇ ਕੋਲ ਇਦਾਂ ਦਾ ਇਨਸੀਡੈਂਟ ਜਾਂ ਕੋਈ ਇਦਾਂ ਦੀ ਸਟੋਰੀ ਹੈ ਉਸ ਟਾਈਮ ਦੀ ਜਦੋਂ ਤੁਸੀਂ ਸੋਸ਼ਲ ਵਰਕ ਕਰ ਰਹੇ ਸੀ? ਹਾਂਜੀ, ਸੋ ਸੋਸ਼ਲ ਵਰਕ ਫਸਟ ਟਾਈਮ ਮੇਰੀ ਜਿਹੜੀ ਇੱਕ ਮੇਰਾ ਬਿਜ਼ਨਸ ਸੀ ਉਹ ਸੀ simbacart.com, ਅੱਜ ਵੀ ਹੈਗਾ, ਹੈ ਨਾ। ਤੇ ਉਹਦੇ ਵਿੱਚ ਕੀ ਹੁੰਦਾ ਸੀ ਕਿ ਅਸੀਂ ਮੈਨ ਸ਼ੂਜ਼ ਸੈਲ ਕਰਦੇ ਸੀ, ਵੱਡਿਆਂ ਦੇ। ਤੇ ਮੈਂ ਵੀ ਸ਼ੂਜ਼ ਮੰਗਾਏ ਆ, ਬਹੁਤ ਅੱਛੇ ਹੁੰਦੇ ਆ। ਹਾਂ, ਵੱਡਿਆਂ ਦੇ ਸ਼ੂਜ਼ ਜਿਹੜੇ ਸੀ ਸੈਲ ਕਰਦੇ। ਤੇ ਉਹ ਜਦੋਂ ਕੱਟ ਪੀਸਿਸ ਬਚ ਜਾਂਦੇ ਸੀ, ਉਹਦੇ ਫਾਲਤੂ ਵੇਅਰ ਹਾਊਸ 'ਚ ਪਏ ਰਹਿੰਦੇ ਸੀ ਤੇ ਮੈਂ ਡੋਨੇਟ ਕਰ ਦਿੰਦੀ ਸੀ। ਉੱਥੋਂ ਮੈਨੂੰ ਆਈਡੀਆ ਆਇਆ ਸ਼ੂ ਗਿਵਿੰਗ ਦਾ। ਫਿਰ ਮੈਨੂੰ ਕਿਸੇ ਨੇ ਆਈਡੀਆ ਦਿੱਤਾ ਕਿ ਤੁਸੀਂ ਨਾ NGO ਬਣਾ ਲਓ, ਤੁਸੀਂ ਇਹਨੂੰ ਵੱਡੇ ਲੈਵਲ ਤੇ ਕਰੋ। ਉੱਥੇ ਮੈਂ ਗਲਤੀ ਕੀਤੀ, ਠੀਕ ਹੈ। ਮੈਂ ਉਹਨੂੰ ਸੈਪਰੇਟ ਕਰਤਾ ਤੇ ਫਿਰ ਪੀਪਲ ਸਟਾਰਟਡ ਗਿਵਿੰਗ ਸ਼ੂਜ਼, ਤੇ ਮੈਂ ਸ਼ੂਜ਼ ਦਾ ਕੰਮ ਜਿਹੜਾ ਹੋਰ ਸ਼ੂ ਗਿਵਿੰਗ ਕਰਦੇ। ਫਿਰ ਪਿੱਛੇ ਜੇ 17, 18, 19 ਦੇ ਵਿੱਚ, ਠੀਕ ਹੈ। ਸੋ ਜਦੋਂ ਤੁਸੀਂ ਇੱਕ NGO ਚਲਾਉਂਦੇ ਹੋ, ਤੇ ਵੀ ਲੋਕ NGO ਚਲਾਉਂਦੇ ਆ, ਅਗੇਨ ਆਈ ਹੈਵ ਹਾਈ ਰਿਗਾਰਡ, ਠੀਕ ਹੈ। ਅਸੀਂ ਮਨੁੱਖਤਾ ਦੀ ਸੇਵਾ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਐਗਜ਼ਾਮਪਲ, ਠੀਕ ਹੈ। ਤੁਸੀਂ ਕਰੋੜ ਰੁਪਇਆ ਦੇ ਕੇ ਵੀ ਨਾ, ਕਰੋੜ ਰੁਪਇਆ ਦੇ ਕੇ ਵੀ ਕਈ ਵਾਰੀ ਇੱਕ ਪੁੱਤਰ ਤੋਂ ਆਪਣੇ ਬਾਪ ਦੇ ਕੀੜੇ ਨਹੀਂ ਕਢਾ ਸਕਦੇ, ਨਹੀਂ ਕਢਾ ਸਕਦੇ, ਠੀਕ ਹੈ ਨਾ। ਸੋ ਇਸ ਕਰਕੇ ਇਹਦੇ ਤੇ ਕਿੰਤੂ ਪਰੰਤੂ ਕਰਨਾ ਕਿ ਪੈਸਿਆਂ ਨੂੰ ਆ ਕਰਤਾ, ਉਹ ਕਰਤਾ, ਠੀਕ ਹੈ। ਮੈਂ ਵੀ ਬੜੀ ਡੀਪ ਚੀਜ਼ਾਂ 'ਚ ਕੰਮ ਕੀਤਾ, ਮੈਂ ਤੇ ਬਦਲ ਹੀ ਚਲਦੀ ਸੀ ਐਜ਼ ਅ ਪਰਸਨ ਨਾ। ਉਹਦੇ ਬਦਲ ਗਏ ਨੇ ਜਿਹੜੇ ਇੰਨੀਆਂ ਵੱਡੀਆਂ NGO ਚਲਾ ਰਹੇ ਹੋ, ਤੇ ਬਦਲ ਗਏ ਨੇ, ਠੀਕ ਹੈ। ਸੋ ਮੈਂ ਵੀ ਬਹੁਤ ਬਦਲ ਹੀ ਗਈ। ਤੁਸੀਂ ਨਾ ਬੜਾ ਡੀਪ ਚਲ ਜਾਂਦੇ ਹੋ, ਸੀਰੀਅਸ। ਅੱਛਾ, ਤੁਸੀਂ ਭਾਵੇਂ ਫਾਇਦੇ ਲਈ NGO ਖੋਲ ਲਓ, ਪਰ ਜਦੋਂ ਤੁਸੀਂ ਕੰਟੀਨਿਊਸਲੀ ਕੰਮ ਕਰਦੇ ਜਾਂਦੇ ਹੋ, ਤੁਹਾਡਾ ਦਿਲ ਕਰਦਾ ਕਿ ਮੈਂ ਆਪਣੀ ਕਿਡਨੀ ਕੱਢ ਕੇ ਦੇ ਦਾਂ। ਇੱਥੋਂ ਤੱਕ ਤੁਹਾਡਾ ਲੈਵਲ ਪਹੁੰਚ ਜਾਂਦਾ। ਮੈਂ ਪਿੱਛੇ ਦੇ ਇੱਕ ਛੋਟਾ ਜਿਹਾ ਬੱਚਾ ਹੀ 16 ਸਾਲ ਦਾ, ਠੀਕ ਹੈ, DMC ਲੁਧਿਆਣਾ 'ਚ ਐਡਮਿਟ ਸੀ, ਗੁਰਜੀਤ ਕੌਰ। ਮੈਂ ਉਹਦੇ ਲਈ ਬਹੁਤ
ਫੰਡਿੰਗ ਵੀ ਬੜੀ ਇਕੱਠੀ ਕੀਤੀ ਤੇ ਉਹਦੇ ਵਿੱਚ ਮੈਂ ਬਹੁਤ ਲਾਈਵ ਵੀ ਵੀਡੀਓ ਕੀਤੀਆਂ ਕਿ ਇਸ ਬੱਚੇ ਨੂੰ ਜਿਹੜੀ ਆ ਉਹ ਕਿਡਨੀ ਟ੍ਰਾਂਸਪਲਾਂਟ ਹੋਣਾ ਵਾ। ਡਾਕਟਰ ਰਵੀ ਕਾਂਤ ਜੀ ਬਹੁਤ ਮਸ਼ਹੂਰ ਹੈ ਤੇ ਲੁਧਿਆਣੇ DMC ਵੀ ਹੁੰਦੇ ਸੀ ਕਿ ਉਹਨਾਂ ਨੇ ਕਰਨਾ ਤੇ ਤੁਸੀਂ ਇਹ ਦੇ ਆਪਾਂ ਫੰਡਸ ਇਕੱਠੇ ਕਰਨੇ ਹਨਾ। ਤੇ ਤੁਸੀਂ ਮੰਨੋਗੇ ਮਾਂ ਦੀ ਵੀ A+ ਬਲੱਡ ਗਰੁੱਪ, ਫਾਦਰ ਦਾ ਵੀ A+, ਮੇਰਾ ਵੀ A+, ਤੇ ਹਾਂ ਹੀ ਤਿੰਨੇ ਕਿਡਨੀ ਦੇਣ ਨੂੰ ਤਿਆਰ ਹੈ, ਠੀਕ ਹੈ। ਤੇ ਮੇਰੇ ਮੰਮੀ ਆਪ ਮੈਨੂੰ ਕਹਿ ਰਹੇ ਕਿ ਤੂੰ ਇੰਨਾ ਡੀਪ ਚਲੀ ਗਈ ਤੇ ਤੂੰ ਨਾ, ਠੀਕ ਹੈ ਨਾ, ਤੇ ਘਰੇ ਬੜੇ ਉਹਦੇ ਮੰਮੀ ਦੀ ਵੀ ਇਹੀ ਹੈ, ਪਾਪਾ ਦੀ ਵੀ। ਸੋ ਤੁਸੀਂ ਇਸ ਕਦਰ ਜਿਹੜਾ ਵਾ ਉਹ NGO ਸੇ ਚੱਲ ਜਾਂਦੇ ਹੋ। ਆਈ ਐਮ ਅ ਫੀਅਰਲੈਸ ਵੂਮਨ, ਜਿੱਦਣ ਮੈਂ ਗਲਤ ਕਰਾਂਗੀ ਉਦਣ ਮੈਂ ਡਰਾਂਗੀ, ਠੀਕ ਹੈ। ਸੋ ਮੈਨੂੰ ਕਰੋੜਾਂ ਦੇ ਵਿੱਚ ਬਿਠਾ ਦਿਓ ਭਾਵੇਂ ਲੱਖਾਂ ਦੇ ਵਿੱਚ, ਕਿ ਮੈਂ ਵੀ ਮਤਲਬ ਕਿ ਮੈਨੂੰ ਪਤਾ ਮੇਰੇ ਜ਼ਮੀਰ ਨੂੰ ਕਿ ਮੈਂ ਕਦੀ ਕੁਝ ਗਲਤ ਨਹੀਂ ਕੀਤਾ ਤੇ ਮੈਂ ਹਮੇਸ਼ਾ ਦਿੱਤਾ ਹੀ ਆ, ਕਦੀ ਲੈਣ ਬਾਰੇ ਅੱਜ ਤੱਕ ਕਦੀ ਸੋਚਿਆ ਨਹੀਂ। ਖੁਦ ਮੈਂ ਆਪਣੀ NGO 'ਚ ਵਨ ਆਫ ਦੀ ਬਿਗੇਸਟ ਡੋਨਰ ਸੀ। ਜੇ ਮੈਂ ਉਦੋਂ 300 ਕੈਂਪੇਨ ਕੀਤੇ ਸੀ ਤੇ ਉਹ 'ਚੋਂ 172 ਦੇ ਕਰੀਬ ਕੈਂਪੇਨ ਮੈਂ ਖੁਦ ਕੀਤੇ ਸੀ ਨਾ, ਬੋਲ ਕੇ ਨਹੀਂ ਦੱਸ ਸਕਦੀ। ਤੇ ਦੁੱਖ ਮੈਨੂੰ ਬਹੁਤ ਜ਼ਿਆਦਾ ਲੱਗਾ, ਠੀਕ ਹੈ, ਜਦੋਂ ਕਿ ਲੋਕ ਸਾਡੇ ਲਈ ਕੈਂਪੇਨਸ ਚਲਾਉਂਦੇ ਨੇ, ਸਾਡਾ ਦਿਲ ਦੁਖਾਉਂਦੇ ਨੇ, ਜਿੰਨਾ ਕਿਸੇ ਦਾ ਮਨ ਦੁਖਾ ਸਕਦੇ। ਲੋਕਾਂ ਨੇ ਫੁੱਲਾਂ ਵਾਂਗ ਪਿਆਰ ਨਾਲ ਆਪਣੀਆਂ ਧੀਆਂ ਪਾਲੀਆਂ ਹੁੰਦੀਆਂ ਵਾ, ਉਹ ਹੀ ਨਹੀਂ ਕਹਿਣ ਦਿੰਦੇ। ਮਾੜੀ ਜਿਹੀ ਅੱਖ ਕੋਈ ਚੁੱਕ ਕੇ ਦੇਖਦਾ ਤੇ ਇੱਕ ਫਾਦਰ ਜਾਨ ਨੂੰ ਮਾਰਨ ਤੱਕ ਚਲ ਜਾਂਦਾ ਬੰਦੇ ਨੂੰ, ਠੀਕ ਹੈ। ਫਾਦਰ ਕਹਿੰਦੇ ਕਿ ਮੈਨੂੰ ਭਾਵੇਂ ਜੇਲ੍ਹ ਹੋ ਜਾਏ ਪਰ ਇਹਨੇ ਮੇਰੀ ਕੁੜੀ ਨੂੰ ਆ ਕਿਹਾ, ਮੈਂ ਇਹਨੂੰ ਛੱਡਣਾ ਨਹੀਂ, ਹਨਾ, ਇੰਨਾ। ਤੇ ਇਹ ਲੋਕ ਸਾਨੂੰ ਆਨਲਾਈਨ ਜਿੱਦਾਂ ਮਰਜ਼ੀ ਜੋ ਮਰਜ਼ੀ ਗੰਦੇ ਤੋਂ ਗੰਦੇ ਲਫ਼ਜ਼ ਬੋਲ ਦਿੰਦੇ। ਮੈਨੂੰ ਬੜਾ ਤਰਸ ਆਉਂਦਾ ਕਈ ਵਾਰੀ ਕਿ ਕੀ ਸਿੱਖਿਆ ਅਸੀਂ ਜਿਹੜਾ ਵਾ ਦਿੰਦੇ ਆ, ਕੀ ਆਪਣੇ ਬੱਚਿਆਂ 'ਚ ਪਾਉਂਦੇ, ਉਹਨਾਂ 'ਚ ਕੀ ਐਸਾ ਉਹਨਾਂ ਨੂੰ ਆਪਾਂ ਦੇ ਰਹੇ ਕਿ ਉਹ ਕੌਣ ਹੁੰਦੇ ਨੇ ਕਿ ਜਿਹੜੇ ਸਾਨੂੰ ਸਾਡੇ ਅੱਗੇ ਰੱਬ ਬਣ ਕੇ ਸਾਨੂੰ ਸਜ਼ਾ ਦੇਣ ਵਾਲੇ ਨਾ ਬੈਠੇ। ਇਹਦਾ ਮਤਲਬ ਹੈ ਕਿ ਅਸੀਂ ਰੱਬ ਤੇ ਵਿਸ਼ਵਾਸ ਹੀ ਨਹੀਂ ਕਰਦੇ। ਬਾਕੀ ਜਿਵੇਂ ਕੁਝ ਗਲਤ ਕੀਤਾ ਹੋਊਗਾ ਜਾਂ ਕਿਸੇ NGO ਵਾਲੇ ਨੇ ਕੁਝ ਗਲਤ ਕੀਤਾ, who are you to punish them, ਠੀਕ ਹੈ। if you are a firm believer of God ਕਿ ਰੱਬ ਐਗਜ਼ਿਸਟ ਕਰਦਾ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਮੰਨਦੇ ਆ, ਠੀਕ ਹੈ, ਤੇ ਸਾਨੂੰ ਰਾਈਟ ਨਹੀਂ ਹੈਗਾ ਕਿ ਅਸੀਂ ਸਜ਼ਾ ਦਿੰਦੇ ਫਿਰੀਏ। ਉਹ ਉਨੀਆਂ ਕੁ ਸਜ਼ਾਵਾਂ ਉਹ ਰੱਬ ਵੀ ਦੇ ਸਕਦਾ, ਠੀਕ ਹੈ। ਸਾਰਿਆਂ ਦੇ ਅੱਗੇ ਕਰਮ ਜਿਹੜੇ ਆਉਣੇ ਹੀ ਆ, ਪਰ ਤੁਸੀਂ ਦੇਖ ਲਓ ਕਿ ਇਰਰਿਸਪੈਕਟਿਵ, ਠੀਕ ਹੈ। ਫਿਰ ਮੈਂ 2020 ਚ ਆਪਣੀ NGO ਪਰਮਾਨੈਂਟ ਬੰਦ ਕਰਤੀ, ਠੀਕ ਹੈ। ਬੰਦ ਕਰਨ ਤੋਂ ਬਾਅਦ ਮੈਂ ਆਪਣਾ ਜਿਹੜਾ ਮਿਸ਼ਨ ਹੈ ਸ਼ੂ ਗਿਵਿੰਗ ਦਾ ਅੱਜ ਵੀ ਚਾਲੂ ਰੱਖਿਆ, ਠੀਕ ਹੈ। ਅੱਜ ਅਸੀਂ 400+ ਕੈਂਪੇਨ ਕਰ ਚੁੱਕੇ ਹਾਂ, ਆਲਮੋਸਟ 20,000 ਦੇ ਸ਼ੂਜ਼ ਆਪਾਂ ਦੇ ਚੁੱਕੇ, 20,000 ਸ਼ੂਜ਼, ਹਨਾ। ਉਦਾਂ ਹੀ ਚੱਲ ਰਿਹਾ ਸਾਰਾ ਕੁਝ, ਪਰ ਹੁਣ ਅਸੀਂ ਕਿਸੇ ਤੋਂ ਕੋਈ ਫੰਡਸ ਨਹੀਂ ਲੈਂਦੇ, ਕੋਈ ਫੰਡ ਨਹੀਂ ਕਰਦਾ, ਮੇਰੀ ਕੰਪਨੀ ਫੰਡ ਕਰਦੀ ਆ, ਠੀਕ ਹੈ। ਇਹ ਸਟੈਪ ਮੈਂ ਇਸ ਲਈ ਲਿੱਤਾ ਕਿ ਮਿਸ਼ਨ ਕੰਪਲੀਟ ਕਰਾਂਗੀ ਮੈਂ 50,000 ਸ਼ੂਜ਼ ਦਾ, ਠੀਕ ਹੈ। ਮੈਨੂੰ ਵੱਡੇ ਤੋਂ ਵੱਡੇ ਮੈਨੂੰ ਇਹ ਭਾਈ ਹਰਜਿੰਦਰ ਸਿੰਘ ਜੀ ਥੋੜੇ ਦਿਨ ਪਹਿਲਾਂ ਮਿਲੇ, ਹਨਾ, ਵਧੀਆ ਤੋਂ ਵਧੀਆ ਸਿੰਗਰ ਐਕਟਰ ਦੁਨੀਆ ਮਿਲਦੀ ਆ, ਮੈਨੂੰ ਪੁੱਛਦੇ ਆ, ਮੈਂ ਉਹਨਾਂ ਨੂੰ ਇਹੀ ਕਹਿੰਦੀ ਕਿ ਨਹੀਂ, ਆਪਾਂ ਹੁਣ ਕਿਸੇ ਤੋਂ ਨਹੀਂ ਲੈਂਦੇ, ਨਾ ਆਪਾਂ ਲੈਣਾ, ਆਪਾਂ ਖੁਦ ਕਰਨਾ। ਇਸ ਕਰਕੇ ਨਹੀਂ ਕਿ ਇਦਾਂ ਕਰਨਾ ਚਾਹੀਦਾ ਵਾ, ਇਦਾਂ ਨਹੀਂ ਕਰਨਾ ਚਾਹੀਦਾ। NGOs ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਧੜੱਲੇਦਾਰ ਕੰਮ ਕਰਨਾ ਚਾਹੀਦਾ, ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ। ਪਰ ਕਿਤੇ ਨਾ ਕਿਤੇ ਜਿਹੜਾ ਇੱਕ ਔਰਤ ਨੂੰ ਚੈਲੰਜ ਕੀਤਾ ਜਾਂਦਾ ਸਮਾਜ 'ਚ ਕਿ ਸ਼ਾਇਦ ਉਹ ਨਾ ਡਿਪੈਂਡ ਹੀ ਹੈ ਤੇ ਤਾਂ ਹੀ ਆਪਾਂ ਸ਼ੂਜ਼ ਦੇ ਸਕਦੇ ਆ, ਸ਼ਾਇਦ ਉਹ 'ਚ ਇੰਨਾ ਕਰੇਜ ਨਹੀਂ ਕਿ ਉਹ ਖੁਦ ਵੀ ਲੱਖਾਂ ਕਮਾ ਸਕਦੀ ਤੇ ਕਿਸੇ ਨੂੰ ਦੇ ਸਕਦੀ ਆ। ਇੱਕ ਔਰਤਾਂ ਲਈ ਸਟੈਂਡ ਲੈਣ ਵਾਸਤੇ, ਸਟਰੋਂਗ ਵੂਮਨ ਲਈ ਸਟੈਂਡ ਲੈਣ ਵਾਸਤੇ, ਅਰਨਿੰਗ ਵੂਮਨ ਲਈ ਸਟੈਂਡ ਲੈਣ ਵਾਸਤੇ, ਕਰੇਜੀਅਸ ਵੂਮਨ ਲਈ ਸਟੈਂਡ ਲੈਣ ਵਾਸਤੇ ਮੈਂ ਲਾਈਫ 'ਚ ਇਹੋ ਜਿਹੇ ਸਟੈਪਸ ਲਏ ਜਿੱਥੇ ਮੈਂ ਇਹਨੂੰ ਕਲੋਜ਼ ਕਰਕੇ ਤੇ ਮੇਰਾ ਜਿਹੜਾ ਮਿਸ਼ਨ ਸੀ ਜਾਂ ਜੋ ਵੀ ਮੈਂ ਇੱਕ NGO 'ਚ ਕਰ ਰਹੀ ਸੀ ਉਹਨੂੰ ਅੱਜ ਵੀ ਪ੍ਰੋਪਰ ਕੰਟੀਨਿਊ ਜਿਹੜਾ ਮੈਂ ਉਹ ਰੱਖਿਆ। ਇਸੇ ਕਰਕੇ ਨਾ ਅਸੀਂ ਵੀ ਇਹ ਪੋਡਕਾਸਟ ਦਾ ਚੈਨਲ ਸਟਾਰਟ ਕੀਤਾ, ਬੇਸਿਕਲੀ ਸੋਚ ਕੇ ਕਿ ਸ਼ਾਇਦ ਸਾਡੀ ਪਾਕਟ ਅਲਾਉ ਨਹੀਂ ਕਰਦੀ ਕਿ ਅਸੀਂ ਕਿਸੇ ਨੂੰ ਫਾਈਨੈਂਸ਼ੀਅਲੀ ਹੈਲਪ ਕਰ ਸਕੀਏ, ਪਰ ਸ਼ਾਇਦ ਅਸੀਂ ਇਦਾਂ ਦੀਆਂ ਜਰਨੀਜ਼ ਕਵਰ ਕਰਕੇ ਕਿਸੇ ਇੱਕ ਬੰਦੇ ਦੀ ਵੀ ਅਗਰ ਲਾਈਫ ਚੇਂਜ ਕਰ ਸਕਦੇ ਹਾਂ ਜਾਂ ਉਹਦੀ ਲਾਈਫ ਦੇ ਵਿੱਚ ਬਦਲਾਅ ਆਉਂਦਾ ਸਾਨੂੰ ਸੁਣਨ ਤੋਂ ਬਾਅਦ, ਤਾਂ ਸ਼ਾਇਦ ਇਹ ਸੋਚਾਂਗੇ ਵੀ ਸਾਡਾ ਜੀਵਨ ਸਫਲ ਹੋ ਗਿਆ। ਤੇ ਤੁਸੀਂ ਤਾਂ ਬਹੁਤ ਸਾਰੀ ਵੂਮਨਸ ਦੀ ਵੀ ਮੋਟੀਵੇਸ਼ਨ ਹੋ, ਤੁਹਾਡੀ ਸਟੋਰੀ ਮੋਟੀਵੇਸ਼ਨ ਹੈ। ਹੁਣ ਚਲੋ ਆਪਾਂ ਇੱਕ ਨਾ ਤੁਹਾਡੇ ਜਿਹੜੇ ਤੁਸੀਂ ਫਾਊਂਡਰ ਹੋ ਰਿਵਰਸ ਮਾਈਗ੍ਰੇਸ਼ਨ ਦੀ ਵਤਨ ਵਾਪਸੀ ਦੀ ਗੱਲ ਕਰਦੇ ਆ, ਇਹ ਵੀ ਮੇਰਾ ਪਰਸਨਲੀ ਇੰਟਰਸਟਿੰਗ ਟੌਪਿਕ ਹੈ। ਮੈਂ ਖੁਦ ਇੰਟਰਸਟਿੰਗ ਵੀ ਹੈ ਤੇ ਮੈਨੂੰ ਦਰਦ ਵੀ ਬਹੁਤ ਹੈ। ਮੈਂ ਵੀ ਉਹਨਾਂ ਬੱਚਿਆਂ ਦੇ ਵਿੱਚੋਂ ਆ ਜਿਨ੍ਹਾਂ ਪ੍ਰੈਸ਼ਰ ਹੁਣ ਵੀ ਫੇਸ ਕਰ ਰਹੇ ਕਿ ਮੈਂ ਬਹੁਤ ਕੋਸ਼ਿਸ਼ਾਂ ਕੀਤੀਆਂ, ਬਹੁਤ ਸਾਰੇ ਕੰਮ ਸਟਾਰਟ ਕਰਨ ਦੇ ਕੀਤੇ ਕਿ ਸ਼ਾਇਦ ਕੋਈ ਨਾ ਕੋਈ ਰੀਜ਼ਨਸ ਕਰਕੇ ਮੈਨੂੰ ਫੇਲਿਅਰ ਫੇਸ ਕਰਨੇ ਪਏ।
ਹੁਣ ਵੀ ਘਰੋਂ ਵੀ ਸੁਣਨ ਨੂੰ, ਸੋਸਾਇਟੀ 'ਚ ਦੋਸਤਾਂ ਮਿੱਤਰਾਂ ਸੁਣਨ ਨੂੰ ਮਿਲਦਾ ਕਿ ਯਾਰ ਤੂੰ ਬਾਹਰ ਚਲੇ ਜਾ, ਇੱਥੇ ਕੀ ਹੈ, ਕਿਉਂ ਧੱਕੇ ਖਾ ਰਿਹਾ। ਜਾਂ ਜਿਹੜੇ ਚਲੇ ਗਏ ਮੇਰੇ ਨਾਲ ਦੇ ਆਲਮੋਸਟ 1 ਜਾਂ 2 ਬੱਚੇ ਰਹੇ ਜਿਨ੍ਹਾਂ ਨੇ +2 ਕੀਤੀ ਮੇਰੇ ਬੈਚ ਦੇ ਵਿੱਚ, ਉਹ ਇੱਥੇ ਨੇ, ਬਾਕੀ ਸਭ ਬਾਹਰ ਚਲੇ ਗਏ। ਮੈਂ ਖੁਦ ਵੀ ਫੇਸ ਕਰਦਾ। ਆਪਾਂ ਇਹਦੇ ਤੇ ਜ਼ਿਆਦਾ ਗੱਲ ਕਰਾਂਗੇ, ਆਪਾਂ ਇਹਦੇ ਤੇ ਹੀ ਗੱਲ ਕਰਾਂਗੇ ਕਿ ਵੀ ਜਿਹੜੀ ਹੁਣ ਰਿਵਰਸ ਮਾਈਗ੍ਰੇਸ਼ਨ ਹੈ, ਤੁਸੀਂ ਮੂਵਮੈਂਟ ਚਲਾ ਰਹੇ ਹੋ, ਇਹ ਕੀ ਹੈ, ਕਿੱਦਾਂ ਤੁਸੀਂ ਇਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹੋ। ਅਗਲੇ ਕੁਐਸਚਨ ਮੈਂ ਤੁਹਾਡੇ ਤੋਂ ਫਿਰ ਪੁੱਛੂੰਗਾ, ਮਤਲਬ ਤੁਸੀਂ ਇਹਨੂੰ ਥੋੜਾ ਜਿਹਾ ਇਲੈਬੋਰੇਟ ਕਰਕੇ ਦੱਸੋ ਕਿ ਰਿਵਰਸ ਮਾਈਗ੍ਰੇਸ਼ਨ ਕੀ ਹੈ। ਹਾਂਜੀ, ਸੋ ਪੰਜਾਬ ਤੋਂ ਲੋਕ ਪਹਿਲਾਂ ਬਾਹਰ ਜਾਂਦੇ ਸੀ ਕਿਉਂਕਿ ਉਹ ਆਪਣੇ ਪਰਿਵਾਰਾਂ ਦਾ ਦਰਦ ਵੇਖਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਈ ਲੋਕ ਸਿਕਿਉਰਿਟੀ ਕਰਕੇ ਚਲ ਗਏ 80s ਦੇ ਵਿੱਚ, ਹਨਾ। ਉਹ ਵੀ ਸਮਝ ਵਿੱਚ ਆਉਂਦਾ ਕਿ ਉਹ ਮਾਂ, ਵੈਸੇ ਤਾਂ ਸਾਡੀਆਂ ਮਾਵਾਂ ਜਿਹੜੀਆਂ ਉਹ ਬੜੀਆਂ ਕਰੇਜੀਅਸ ਹੋਣੀਆਂ ਚਾਹੀਦੀਆਂ ਸੀ ਉਸ ਵੇਲੇ ਵੀ, ਹਨਾ, ਕਿ ਆਪਾਂ ਫੇਸ ਕਰਨਾ ਔਖੇ ਤੋਂ ਔਖੇ ਸਮੇਂ ਦੇ ਵਿੱਚ ਆਪਣੀ ਧਰਤੀ ਨੂੰ ਛੱਡ ਕੇ ਆਪਾਂ ਚੱਲ ਜਾਣਾ, ਠੀਕ ਹੈ। ਤੇ ਉਹ ਮਤਲਬ ਕਿ ਉਦੋਂ ਕੀ ਮਾਹੌਲ ਹੋਣਗੇ ਆਪਾਂ ਉਹਦੇ ਤੇ ਕਮੈਂਟ ਨਹੀਂ ਕਰ ਸਕਦੇ, ਆਪਾਂ ਤੇ ਉਦੋਂ ਜਨਮੇ ਨਹੀਂ। ਪਰ ਜੋ ਸੁਣਨ ਨੂੰ ਮਿਲਦਾ, ਇੱਕ ਸਾਡੇ ਬੜੇ ਵਧੀਆ ਫੈਮਿਲੀ ਫਰੈਂਡ ਹੀ ਹੈਗੇ ਆ, ਹਨਾ, ਉਹਨਾਂ ਨੇ ਉਹ GNDU ਦੇ ਵਿੱਚ ਸਟੂਡੈਂਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੀ 80s ਦੇ ਵਿੱਚ, ਰਾਈਟ। ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮੰਮੀ ਇੰਨੇ ਜ਼ਿਆਦਾ ਪ੍ਰੈਸ਼ਰਾਈਜ਼ ਉਹਨਾਂ ਨੂੰ ਕਰਤਾ, ਠੀਕ ਹੈ। ਸੋ ਹੀ ਵਾਸ ਲਾਈਕ ਵੈਰੀ ਇੰਟੈਲੀਜੈਂਟ, ਟੌਪਰ ਬੱਚਿਆਂ ਦੇ ਵਿੱਚੋਂ, ਠੀਕ ਹੈ। ਤੇ ਇੰਨਾ ਪ੍ਰੈਸ਼ਰਾਈਜ਼ ਕਰਤਾ ਕਿ ਆਪਣਾ ਸਿਰ ਕੰਧ ਨੂੰ ਮਾਰ ਲਿਆ ਕਿ ਤੂੰ ਬਾਹਰ ਜਾਣਾ ਹੀ ਜਾਣਾ, ਠੀਕ ਹੈ। ਸੋ ਉਸ ਕੇਸ 'ਚ ਫਿਰ ਕੀ ਕਰਦੇ। ਐਸਾ ਐਗਜ਼ਾਮਪਲ ਵੀ ਮੈਂ ਦੇਖੀ ਕਿ 28 ਸਾਲ ਬਾਅਦ, ਰੀਅਲ ਐਗਜ਼ਾਮਪਲ ਆ, ਆਫ ਦਾ ਲਾਈਨ, ਮਤਲਬ ਤੁਸੀਂ ਕੈਮਰਾ ਮੈਨੂੰ ਪੁੱਛੋਗੇ ਤੇ ਤੁਹਾਨੂੰ ਸਿੱਧਾ ਮਿਲਾ ਦਾਂਗੇ ਨਾ। 28 ਸਾਲ ਬਾਅਦ ਬੰਦੇ ਨੇ ਡਿਵੋਰਸ ਲਿਆ ਆਪਣੀ ਵਾਈਫ ਤੋਂ ਕਿ ਉਹਦਾ ਦਿਲ ਪੰਜਾਬ 'ਚ, 28 ਸਾਲ ਨਹੀਂ ਉਹਦਾ ਦਿਲ US 'ਚ ਲੱਗਾ। 28 ਸਾਲ ਪੰਜਾਬ ਉਹਨੂੰ ਤੰਗ ਕਰਦਾ ਰਿਹਾ। ਤੇ 28 ਸਾਲ ਬਾਅਦ ਕਿੱਥੇ ਬਾਕੀ ਮੰਨਣ ਕਿ ਮੈਂ ਪੰਜਾਬ ਆਉਣਾ ਜਾਂ ਮੈਂ ਜ਼ਿਆਦਾ ਇੱਧਰ ਕੰਮ ਕਰਨਾ ਜਾਂ ਪੇਰੈਂਟਸ ਦਾ ਧਿਆਨ ਰੱਖਣਾ। ਜਦੋਂ ਉਹਨੂੰ ਦੇਖਦੇ ਆਪਣੇ ਪੇਰੈਂਟਸ ਬਜ਼ੁਰਗ ਹੋਏ ਅੱਗੇ, ਉਹਦਾ ਜ਼ਮੀਰ ਨਹੀਂ ਮੰਨਦਾ ਕਿ ਮੈਂ ਉਹਨਾਂ ਨੂੰ ਛੱਡਾਂ ਜਾਂ ਉਹਨਾਂ ਨੂੰ ਨਾਲ ਨਾ ਰੱਖਾਂ ਜਾਂ ਮੈਂ ਕੀ ਕਰਾਂ, ਕਿਉਂਕਿ ਉਹਨੇ ਆਪਣੇ ਦਾਦਾ ਦਾਦੀ ਵੇਖੇ ਕਿ ਪੇਰੈਂਟਸ ਨਾਲ ਕਿੱਦਾਂ ਰੱਖੇ ਪੇਰੈਂਟਸ ਨੇ, ਹਨਾ। ਸੋ ਮੇਰੀ ਐਗਜ਼ਾਮਪਲ ਲੈ ਲਓ, ਹਨਾ। 11 ਸਾਲ ਮੈਂ ਆਪਣੇ ਹਸਬੈਂਡ ਦੀ ਵੇਟ ਕੀਤੀ ਇੱਥੇ, ਠੀਕ ਹੈ। ਫਾਈਨਲੀ ਸੈਪਰੇਟ ਹੋਣਾ ਪਿਆ ਕਿਉਂਕਿ ਜ਼ਹਿਨ 'ਚ ਇਹ ਹੈ ਕਿ ਅਮਰੀਕਾ ਹੀ ਵਧੀਆ, ਠੀਕ ਹੈ, ਉੱਥੇ ਜ਼ਿਆਦਾ ਤਰੱਕੀ ਹੈ। ਤੇ ਤੁਸੀਂ ਸਾਡੀ ਗੱਲ ਸੁਣੋ ਤੇ ਇੱਥੇ ਨਹੀਂ ਵਧੀਆ, ਇੱਥੇ ਕੂੜਾ ਕਰਕਟ ਆ, ਇੱਥੇ ਬਿਮਾਰੀਆਂ ਨੇ, ਇੱਥੇ ਲੋਕੀ ਐਜੂਕੇਟਿਡ ਨਹੀਂ ਆ, ਇਹ ਦੇਸ਼ ਅੱਗੇ ਨਹੀਂ ਆ, ਤੇ ਅਸੀਂ ਕਿਤੇ ਪਿੰਡੂ ਆ। ਕਿੰਨੇ ਹੀ ਐਸੇ ਕੇਸਿਸ ਦਾ ਅਨੁਭਵ ਕਰਦੇ ਹੋਏ, ਠੀਕ ਹੈ, ਜਿੱਥੇ ਇੱਕ ਹਸਬੈਂਡ, ਮੈਂ ਪਹਿਲੀ ਵਾਰੀ ਤੁਹਾਡੇ ਚੈਨਲ ਤੇ ਬੋਲ ਰਹੀ, ਠੀਕ ਹੈ, ਸਾਰੀਆਂ ਚੀਜ਼ਾਂ। ਪਹਿਲੀ ਵਾਰੀ ਇੱਕ ਬਹੁਤ ਹੀ ਫੇਮਸ ਫੈਮਿਲੀ ਹੈਗੀ, ਠੀਕ ਹੈ, ਉਹਨਾਂ ਦਾ ਬੇਟਾ ਆਪਣੇ ਘਰ ਆਪਣੀ ਵਾਈਫ ਨਾਲ ਰਹਿ ਰਿਹਾ ਤੇ ਉਹ ਅੱਗੋਂ ਕਿਸੇ ਹੋਰ ਨੂੰ ਪਸੰਦ ਕਰਦੀ, ਕਿਉਂਕਿ 4 ਸਾਲ ਉਹ ਇੱਥੇ ਵਾਪਸ ਨਹੀਂ ਆਈ ਤੇ ਉਹ ਉੱਥੇ ਹੀ ਰਹਿ ਗਈ। ਉਹ ਕਨਫੈਸ਼ਨ ਵੀ ਉਹਨੇ ਕਰ ਲਿਆ ਕਿ ਮੈਂ ਜਿਹੜਾ ਵਾ ਮੈਂ ਕਿਸੇ ਹੋਰ ਨੂੰ ਪਸੰਦ ਕਰਨ ਲੱਗ ਪਈ ਆ ਤੇ ਮੇਰੇ ਤੋਂ ਗਲਤੀ ਹੋ ਗਈ ਆ, ਠੀਕ ਹੈ, ਪਰ ਮੈਂ ਉਹਨੂੰ ਨਹੀਂ ਛੱਡ ਸਕਦੀ। ਉਹ ਦੋਵੇਂ ਇਕੱਠੇ ਰਹਿ ਰਹੇ ਨੇ ਇੱਕੋ ਘਰ 'ਚ ਆਸਟ੍ਰੇਲੀਆ ਦੇ ਵਿੱਚ, ਠੀਕ। ਅਸੀਂ ਜੋ ਦਾਦਾ ਦਾਦੀ ਤੋਂ ਸਿੱਖਿਆ, ਸਾਡੇ ਮਾਂ-ਬਾਪ ਨੇ ਜੋ ਸਿਖਾਇਆ, ਸਾਡਾ ਜ਼ਮੀਰ ਨਹੀਂ ਟੁੱਟ ਰਿਹਾ, ਠੀਕ ਹੈ। We want to carry it forward. We want to go to those lands one day. ਆਉਣ ਵਾਲੇ ਸਮੇਂ 'ਚ ਤੁਸੀਂ ਮੈਨੂੰ ਵੀ ਦੇਖੋਗੇ, I will be traveling a lot next year. ਇਸ ਸਾਲ ਮੈਂ ਆਪਣਾ ਟਰੈਵਲ ਮੇਰਾ ਹੋਲਡ ਕੀਤਾ ਹੋਇਆ ਕਿ ਮੈਂ ਵੀ ਆਪਣਾ ਕਲਚਰ ਦੱਸਣਾ ਚਾਹੁੰਦੀ ਹਾਂ, ਠੀਕ ਹੈ। ਕਲਚਰ ਦਾ ਮਤਲਬ ਇਹ ਨਹੀਂ ਕਿ ਮੈਂ ਮੇਰੀ ਲੰਬੀ ਗੁੱਤ ਆ ਤੇ ਮੇਰਾ ਜਿਹੜਾ ਵਾ ਮੈਂ ਸੂਟ ਪਾਉਂਦੀ ਆ, ਠੀਕ ਹੈ। ਕਲਚਰ ਦੇ ਵਿੱਚ ਇੱਥੇ ਅਸੀਂ ਕਿੰਨੇ ਆਜ਼ਾਦ ਆ, ਐਜ਼ ਅ ਰਿਲੇਸ਼ਨਸ਼ਿਪ ਸਾਡੀ ਕੀ ਸੋਚ ਹੈ, ਅਸੀਂ ਆਪਣੇ ਮਾਂ ਪਿਓ ਜਿਹਨੇ ਸਾਨੂੰ ਜੰਮਿਆ ਉਹਦੇ ਪ੍ਰਤੀ ਸਾਡੀ ਕੀ ਸੋਚ ਹੈ। ਸੋ ਇਦਾਂ ਦੀਆਂ ਲੋਕਾਂ ਦੀਆਂ ਹਜ਼ਾਰਾਂ, ਜਿੱਥੇ ਇੱਥੇ ਮੁੰਡਿਆਂ ਨੇ ਕਿੱਲਿਆਂ ਦੇ ਕਿੱਲੇ ਜ਼ਮੀਨ ਵੇਚਦੀ ਕੁੜੀਆਂ ਬਦਲੇ, ਠੀਕ ਹੈ, ਤੇ ਉਹ ਪਤਾ ਹੀ ਨਹੀਂ ਕਿੱਥੇ ਆਈਆਂ। ਕੱਲ ਪਰਸੋਂ ਦੀ ਸਟੋਰੀ ਹੈ ਕਿ ਮੇਰੀ ਫਰੈਂਡ ਪ੍ਰੈਗਨੈਂਟ ਹੈਗੀ ਕੈਨੇਡਾ, ਉਹਨੂੰ ਕੋਈ ਡਾਕਟਰ ਹੀ ਨਹੀਂ ਲੈ ਰਿਹਾ। ਇੱਕ MP ਨੂੰ ਫੋਨ ਕਰ ਰਹੀ ਮੈਂ ਕੈਨੇਡਾ ਦੇ ਕਿ ਪਲੀਜ਼ ਤੁਸੀਂ ਇਹਦੇ ਲਈ ਡਾਕਟਰ ਅਰੇਂਜ ਕਰ ਦਿਓ, ਕਹਿੰਦੇ ਡਾਕਟਰ ਹਜੇ ਕੋਈ ਪੇਸ਼ੈਂਟ ਨਹੀਂ ਲੈ ਰਹੇ। ਤੁਸੀਂ ਮੈਨੂੰ ਦੱਸੋ, ਇਹ ਕੈਨੇਡਾ 'ਚ ਸੁਣ ਹੀ ਰਹੇ ਹੋਣਗੇ ਲੋਕ, ਕਿ ਤੁਸੀਂ ਦੱਸੋ ਕਿ ਆਪਣੇ ਪਿੰਡ ਵਿੱਚ ਕੋਈ ਔਰਤ ਨੂੰ ਐਮਰਜੈਂਸੀ ਪੈ ਜਾਏ ਜਾਂ ਉਹ ਆਪਣਾ ਇੱਕ ਇੱਛਾ ਪ੍ਰਗਟ ਕਰਦੇ ਕਿ ਏਕਨੂਰ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਹਸਪੀਟਲ ਲੈ ਜਾਓ,
ਠੀਕ ਹੈ ਤੁਸੀਂ ਮੈਨੂੰ ਦੱਸੋ ਪਿੰਡ ਚੋਂ ਉਹਦੇ ਘਰ ਉਹ ਜਾਊਗੀ ਉਹਦੇ ਮੰਮੀ ਪਾਪਾ ਵੀ ਜਾਣਗੇ ਜੇ ਉਹਦਾ ਭਰਾ ਹੋਊਗਾ ਵੀ ਜਾਊਗਾ ਤੇ ਨਾਲ 2-3 ਗਵਾਂਢੀ ਵੀ ਚੱਲ ਜਾਣਗੇ। ਮੈਂ ਆਪਣੇ ਹਸਬੈਂਡ ਦਾ ਨੀਡ ਆਪਰੇਟ ਇੱਥੋਂ ਕਰਾਇਆ ਇੰਡੀਆ ਦੇ ਵਿੱਚ, ਠੀਕ ਹੈ ਉਹਨੇ ਮੇਰੀ ਉੱਥੇ ਇੰਸ਼ੋਰੈਂਸ ਨਹੀਂ ਕਰਾਈ, ਠੀਕ ਹੈ 10-11 ਸਾਲ US ਚ ਰਹਿ ਕੇ ਮੇਰੀ ਹੈਲਥ ਇੰਸ਼ੋਰੈਂਸ ਨਹੀਂ ਕਰਾਈ, ਮੈਂ ਉਹਦੀ ਇੱਥੇ 20 ਲੱਖ ਦੀ ਹੈਲਥ ਇੰਸ਼ੋਰੈਂਸ ਕਰਾ ਕੇ ਰੱਖੀ, ਠੀਕ ਹੈ। ਹੁਣ ਤੁਸੀਂ ਕੰਪੈਰੀਜ਼ਨ ਕੀ ਮਤਲਬ ਕੰਪੈਰੀਜ਼ਨ, ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਮੈਂ ਰਿਵਿਊ ਕਰਦੀ, ਜਦੋਂ ਲੋਕ ਮੈਨੂੰ ਆਪਣੀਆਂ ਕਹਾਣੀਆਂ ਦੱਸਦੇ, ਇਹੋ ਜਿਹੀਆਂ ਹਜ਼ਾਰਾਂ ਕਹਾਣੀਆਂ ਮੈਨੂੰ ਜਦੋਂ ਲੋਕ ਦੱਸਦੇ ਤੇ ਮੈਨੂੰ ਜਿਹੜਾ ਵਾ ਉਹਦੇ ਵਿੱਚੋਂ ਇਹ ਰਿਵਰਸ ਮਾਈਗ੍ਰੇਸ਼ਨ ਵਤਨ ਵਾਪਸੀ ਦੀ ਮੁਹਿੰਮ ਜਿਹੜੀ ਆ ਮੈਂ ਕਈ ਵਾਰੀ ਕਹਿੰਦੀ ਕਿ ਮੇਰੇ ਕੁੱਖ 'ਚ ਪੈਦਾ ਹੋਈ ਆ। ਮੈਂ ਆਪਣੇ ਇੱਕ ਇੰਨੇ ਉਦਾਸ ਰਿਸ਼ਤੇ 'ਚੋਂ ਇੱਕ ਬੱਚਾ ਨਹੀਂ ਪੈਦਾ ਕਰ ਸਕੀ, ਪਰ ਮੈਂ ਇਹਦੇ ਵਿੱਚੋਂ ਇਹ ਮੁਹਿੰਮ ਪੈਦਾ ਕਰ ਸਕੀ ਆ ਆਪਣੇ ਪੰਜਾਬ ਲਈ, ਆਪਣੇ ਦੇਸ਼ ਲਈ ਕਿ ਇਹਦੇ ਬਾਰੇ ਸੋਚਿਆ ਜਾਵੇ, ਕਿਉਂਕਿ ਇਹਦੇ ਨਾਲ ਅਣਗਿਣਤ ਮੌਤਾਂ ਹੋ ਰਹੀਆਂ ਨੇ, ਲੋਕ ਅੰਦਰੋਂ ਹੀ ਅੰਦਰ ਮਰ ਰਹੇ ਨੇ ਤੇ ਜਿਹਦੀਆਂ ਕੋਈ ਸਜ਼ਾਵਾਂ ਨਹੀਂ ਆ, ਜਿਹੜੇ ਲੋਕ ਇਹਨਾਂ ਨੂੰ ਸਜ਼ਾਵਾਂ ਦੇ ਰਹੇ ਨੇ। ਤੁਸੀਂ ਰਿਵਰਸ ਮਾਈਗ੍ਰੇਸ਼ਨ ਦੇ ਬਾਰੇ ਥੋੜਾ ਜਿਹਾ ਇਹ ਦੱਸ ਸਕਦੇ ਹੋ ਕਿ ਇਹਦੇ ਵਿੱਚ ਤੁਸੀਂ ਕੀ ਸਟੈਪਸ ਕਰ ਰਹੇ ਹੋ, ਕਿੱਦਾਂ ਕਰ ਰਹੇ ਹੋ, ਕਿੱਦਾਂ ਕਨੈਕਟ ਕਰ ਰਹੇ ਹੋ, ਮਤਲਬ ਜਿਹੜੇ ਇੱਥੋਂ ਸਟੂਡੈਂਟ ਜਾ ਚੁੱਕੇ ਨੇ, ਬੇਸਿਕਲੀ ਉਹਨਾਂ ਸਟੂਡੈਂਟਸ ਲਈ ਕਰ ਰਹੇ ਹੋ ਜਿਹੜੇ ਇੱਥੋਂ ਜਾ ਚੁੱਕੇ ਨੇ ਉਹਨਾਂ ਦੀ ਰਿਵਰਸ ਮਾਈਗ੍ਰੇਸ਼ਨ, ਜਾਂ ਇਹਦੇ ਵਿੱਚ ਕੁਝ ਹੋਰ ਵੀ ਹੈ ਨਾਲ ਕਿ ਇੱਥੇ ਜੋ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਕਨਵਿੰਸ ਕਰੀਏ ਕਿ ਉਹਨਾਂ ਨੂੰ ਇੱਥੇ ਅਸੀਂ ਸਮਝਾਈਏ ਕਿ ਇੱਥੇ ਸਿਸਟਮ ਵਧੀਆ ਹੈ, ਅਸੀਂ ਇੱਥੇ ਕੰਮ ਕਰ ਸਕਦੇ ਹਾਂ ਜਾਂ ਇੱਥੇ ਵੀ ਓਪਰਚੁਨਿਟੀਜ਼ ਹੈਗੀਆਂ ਨੇ। ਸੋ ਰਿਵਰਸ ਮਾਈਗ੍ਰੇਸ਼ਨ ਨੂੰ ਮੈਂ 3 ਪਾਰਟਸ 'ਚ ਡਿਵਾਈਡ ਕੀਤਾ। ਇੱਕ ਤੇ ਓਵਰਆਲ ਰਿਵਰਸ ਮਾਈਗ੍ਰੇਸ਼ਨ ਵਤਨ ਵਾਪਸੀ ਦੀ, ਕਿ ਜਿਹੜੇ ਲੋਕ ਇੱਥੋਂ ਜਾ ਚੁੱਕੇ ਨੇ ਉਹ ਵਾਪਸ ਆਉਣ ਬਾਰੇ ਸੋਚਣ, ਉਹ ਇਹ ਐਗਜ਼ਾਮਪਲ ਨਾ ਸੈੱਟ ਕਰਨ ਕਿ ਉਹਨਾਂ ਨੂੰ ਵੇਖ ਕੇ ਬਾਕੀ ਵੀ ਫਸੀ ਜਾਣ, ਠੀਕ ਹੈ। ਉੱਥੇ ਵੀ 10% ਲੋਕ ਹੀ ਸਕਸੈਸਫੁਲ ਨੇ, 90% ਤੇ ਸਟਰਗਲ ਹੀ ਕਰ ਰਹੇ ਨੇ, ਠੀਕ ਹੈ। ਉਹ ਇਹੀ ਵੇਖਦੇ ਕਿ ਆਪਾਂ ਸਹੀ ਕੀਤਾ ਕਿ ਗਲਤ, ਅਖੀਰ ਤੱਕ ਨਹੀਂ ਉਹਨਾਂ ਨੂੰ ਪਤਾ ਲੱਗਣਾ ਕਿ ਆਪਾਂ ਸਹੀ ਕੀਤਾ ਕਿ ਗਲਤ, ਰਾਈਟ। ਤੁਸੀਂ ਇਹਨੂੰ ਕਿਹਾ ਵੀ 3 ਸਟੈਪ ਦੇ ਵਿੱਚ ਹੁੰਦਾ, ਤੁਸੀਂ ਆਪਾਂ ਪਹਿਲਾਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ। ਮੇਰਾ ਪਰਸਨਲ ਇੱਕ ਨਾ ਫੇਵਰਿਟ ਕੁਐਸਚਨ ਮੈਂ ਸੋਚ ਕੇ ਰੱਖਿਆ, ਮੈਂ ਸਾਰੇ ਗੈਸਟਾਂ ਨੂੰ ਪੁੱਛਦਾ ਕਿ ਆਪਾਂ ਨੂੰ ਪਤਾ ਹੈ ਕਿ ਇੱਥੋਂ ਦੇ ਨਾਲੋਂ ਓਪਰਚੁਨਿਟੀਜ਼ ਉੱਥੇ ਜ਼ਿਆਦਾ ਨੇ, ਅਸੀਂ ਇਸ ਨੂੰ ਐਗਰੀ ਕਰ ਲੈਂਦੇ ਕਿ ਵਰਕ ਕਲਚਰ ਕਹਿ ਲਓ, ਓਪਰਚੁਨਿਟੀ ਛੱਡੋ, ਕਿ ਉੱਥੇ ਵਰਕ ਕਲਚਰ ਇਦਾਂ ਦਾ ਹੈ ਕਿ ਅਸੀਂ ਹਰ ਕੰਮ ਨੂੰ ਕਰ ਲੈਂਦੇ ਆ ਤੇ ਅਸੀਂ ਸੋਚਦੇ ਕਿ ਮੇਰੇ ਕੋਲ ਓਪਰਚੁਨਿਟੀ ਹੈ। ਇੱਥੇ ਪੀਅਰ ਪ੍ਰੈਸ਼ਰ ਸੋਸਾਇਟੀ ਦਾ ਇੰਨਾ ਜ਼ਿਆਦਾ ਕਿ ਬੱਚਾ ਉਹ ਕੰਮ ਨਹੀਂ ਕਰ ਪਾਉਂਦਾ, ਸਿਰਫ ਫਰਕ ਇੰਨਾ। ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੱਚਾ ਇੱਥੋਂ ਜਾ ਕੇ ਉੱਥੇ ਆਪਣੀ ਇੱਛਾਵਾਂ ਪੂਰੀਆਂ ਕਰ ਰਿਹਾ, ਇੱਕ ਮੀਡੀਓਕਰ ਫੈਮਿਲੀ ਚੋਂ ਮੰਨ ਲਓ ਕਿ ਜਾ ਰਿਹਾ ਆ, ਉਸ ਪਰਿਵਾਰ ਚੋਂ ਜਾ ਰਿਹਾ ਜਿਹਦੇ ਕੋਲ ਕੋਈ ਹੋਰ ਹੀਲਾ ਹੀ ਨਹੀਂ ਸੀਗਾ, ਕਿ ਸ਼ਾਇਦ ਇੱਥੇ 10-15-20 ਹਜ਼ਾਰ ਨਾਲ ਉਹਦੇ ਸੁਪਨੇ ਪੂਰੇ ਨਾ ਹੁੰਦੇ ਤੇ ਉਸ ਤੋਂ ਇਲਾਵਾ ਉਹਦੇ ਕੋਲ ਕੋਈ ਚਾਰਾ ਨਹੀਂ ਸੀ ਤੇ ਉਹ ਬਾਹਰ ਗਿਆ। ਉਹ ਜਸਟੀਫਿਕੇਸ਼ਨ ਅਸੀਂ ਉਹਨੂੰ ਕਿਵੇਂ ਦੇਵਾਂਗੇ, ਅਸੀਂ ਉਹਨੂੰ ਜਸਟੀਫਾਈ ਕਿਵੇਂ ਕਰਾਂਗੇ ਕਿ ਤੂੰ ਇੱਥੇ ਆ ਜਾ, ਤੇਰੇ ਕੋਲ ਇੱਥੇ ਬੈਟਰ ਓਪਰਚੁਨਿਟੀਜ਼ ਹੈ। ਮਤਲਬ ਵੀ ਵਾਂਟ ਸਮ ਲੌਜੀਕਲ ਆਨਸਰਸ, ਕਿ ਕੁਝ ਇਦਾਂ ਦੇ ਲੌਜੀਕਲ ਆਨਸਰ ਗਵਰਨਮੈਂਟ ਕੋਲ ਵੀ ਹੋਣ। ਹਾਲਾਂਕਿ ਸੀਐਮ ਸਾਹਿਬ ਵੀ ਰੋਜ਼ ਅਨਾਉਂਸ ਕਰਦਾ ਹੈ ਕਿ ਮੈਂ ਵਾਪਸ ਲੈ ਕੇ ਆਉਣਾ, ਬਟ ਨੋਬਡੀ ਗਿਵਸ ਅਸ ਲੌਜੀਕਲ ਆਨਸਰ ਕਿ ਤੁਸੀਂ ਇੱਥੇ ਇਸ ਤਰੀਕੇ ਦੀ ਓਪਰਚੁਨਿਟੀਜ਼ ਕਰ ਰਹੇ ਹੋ। ਮਤਲਬ ਇਦਾਂ ਤੁਸੀਂ ਉਹਨੂੰ ਜਸਟੀਫਾਈ ਕਿੱਦਾਂ ਕਰਦੇ ਹੋ ਕਿ ਵੀ ਯਾਰ ਨਹੀਂ ਤੁਸੀਂ ਇੱਥੇ ਆ ਜਾਓ ਕਿ ਤੁਹਾਡੇ ਕੋਲ ਬੈਟਰ ਓਪਰਚੁਨਿਟੀਜ਼ ਹੈਗੀਆਂ ਨੇ। ਤੇ ਜਦੋਂ ਮੇਰੇ ਵਰਗੇ ਬੱਚੇ ਕਰਕੇ ਦਿਖਾਉਂਦੇ ਨੇ, ਤੇ ਤੁਹਾਡੇ ਸਾਹਮਣੇ ਬੈਠੀ ਐਗਜ਼ਾਮਪਲ, ਤੇ ਤੁਸੀਂ ਉਹਨੂੰ ਕਿਸਮਤ ਕਿਉਂ ਸਮਝਦੇ ਜੀ? ਤੁਸੀਂ ਇਹ ਕਿਉਂ ਕਹਿੰਦੇ ਜੀ ਕਿ ਯਾਰ ਇਹ ਮਨਦੀਪ ਦੀ ਤੇ ਕਿਸਮਤ ਤੇਜ਼ ਆ, ਇਹਦੇ ਚ ਤੇ ਚਮਤਕਾਰ ਹੋਇਆ ਵਾ, ਠੀਕ ਹੈ। ਤੁਸੀਂ ਸਾਡੀ ਐਗਜ਼ਾਮਪਲ ਕਿਉਂ ਨਹੀਂ ਲੈਂਦੇ? ਤੁਸੀਂ ਕਹਿੰਦੇ ਕਿ ਸਾਨੂੰ ਐਗਜ਼ਾਮਪਲ ਦਿਖਾਓ, ਜਸਟੀਫਾਈ ਕਰੋ ਕਿ ਇਹ ਕਿੱਦਾਂ ਪੋਸੀਬਲ ਹੈ। ਤੁਹਾਨੂੰ 11 ਸਾਲ ਚ ਪੋਸੀਬਲ ਕਰਕੇ ਦਿਖਾਤਾ ਹੈ, ਹਰ ਸਟੈਪ ਲੈ ਕੇ ਦਿਖਾਤਾ ਹੈ। ਮੇਰਾ ਬ੍ਰਦਰ ਥਾਪਰ ਚ ਪੜਿਆ ਹੈ, ਥਾਪਰ ਦੇ ਵਿੱਚ ਉਹਦੇ ਕਲਾਸਮੇਟ ਜ਼ੋਨ ਚ ਕੰਮ ਕਰ ਰਹੇ ਨੇ, ਡਬਲਿਨ ਚ ਮਾਈਕਰੋਸਾਫਟ ਚ ਕੰਮ ਕਰ ਰਹੇ, ਬੈਸਟ ਆਫ ਦੀਆਂ ਦੁਨੀਆ ਦੀ ਕੰਪਨੀ ਚ ਕੰਮ ਕਰ ਰਹੇ। ਲਿਆ ਨਾ ਉਹਨੇ ਡਿਸੀਜਨ ਲਿਆ ਹੈ ਕਿ ਮੈਂ 72 ਸਾਲ ਪੁਰਾਣੇ ਘਰ ਚ ਬਾਲਿਆਂ ਵਾਲੀ ਛੱਤ ਦੇ ਥੱਲੇ ਹੀ ਰਵਾਂਗਾ, ਮੈਂ ਪੰਜਾਬ ਚ ਰਹਿ ਕੇ 10 ਸਾਲ ਮਿਹਨਤ ਕਰਾਂਗਾ, ਦੀਦੀ ਨਾਲ ਮੋਢੇ ਨਾਲ ਮੋਢਾ ਲਾਵਾਂਗਾ ਤੇ ਆਪਾਂ ਇੱਥੇ ਬੈ ਕੇ ਕੁਝ ਕਰਨਾ ਤੇ ਮੰਮੀ ਪਾਪਾ ਦੀ ਸੇਵਾ ਕਰਾਂਗਾ, ਠੀਕ ਹੈ। ਸੋ ਇਹ ਪੈਸਿਆਂ ਦੇ ਮਾਮਲੇ ਨਹੀਂ ਹੈਗੇ, ਠੀਕ ਹੈ, ਤੁਹਾਡੀ ਸੋਚ ਦੇ ਤੇ ਸੰਸਕਾਰ ਦੇ ਮਾਮਲੇ। ਜੇ ਤੁਸੀਂ ਸਾਨੂੰ ਵੇਖ ਕੇ ਅਜੇ ਵੀ ਇਹ ਕਹੀ ਜਾਓ ਕਿ ਜਸਟੀਫਾਈ ਕਰੋ, ਤੇ ਇਹ ਕਦੀ ਜਸਟੀਫਾਈ ਨਹੀਂ ਹੋ ਸਕਦਾ, ਠੀਕ ਹੈ ਨਾ। ਸੋ ਅਸੀਂ ਵੀ ਉਹ ਬੱਚੇ ਆ ਜਿਨ੍ਹਾਂ ਨੇ ਫੀਸਾਂ ਨਹੀਂ ਦਿੱਤੀਆਂ ਪਰ ਟੌਪ ਕੀਤਾ ਵਾ। ਸਾਡੇ ਵੀ ਉਹ ਪੇਰੈਂਟਸ ਆ ਜਿਹੜੇ ਸਾਨੂੰ ਪੜ੍ਹਾ ਨਹੀਂ ਸਕਦੇ, ਠੀਕ ਹੈ। ਸਾਡੇ ਵੀ ਉਹ ਬੱਚੇ ਆ ਜੋ ਮੇਰੇ ਵਰਗੇ 12ਵੀਂ ਵਿੱਚ 54% ਨੰਬਰ ਆਏ ਆ, ਠੀਕ ਹੈ। ਆਪਣੇ ਆਪ ਚ ਰੀਅਲਾਈਜ਼ ਕੀਤਾ ਨਾ ਮੈਂ ਕਿ ਮੇਰੇ 54 ਆਏ ਆ ਤੇ ਹੁਣ ਮੈਨੂੰ ਪੜ੍ਹਨਾ ਹੀ ਪੈਣਾ ਵਾ। ਆਪਣੇ ਆਪ ਚ ਮੈਂ ਆਪਣੇ ਲਾਸਟ ਦੋਨੋਂ MBA ਦੇ ਸਮੈਸਟਰ ਚ ਮੇਰੀ 10 ਆਊਟ ਆਫ 10 CGPA ਹੈ, ਠੀਕ ਹੈ। ਮੈਂ ਇੰਨੀ ਮਿਹਨਤ ਕੀਤੀ ਨਾ,
मैं फीस नहीं दिती तो मेहनत की आ कि मैंने पढ़ना ही पैना, मेरे को होर हल नहीं कोई है, मेरे बाप को कोई हल नहीं, मेरी माँ को कोई हल नहीं है, मैंने पढ़ना ही पैना वा, मैनू इस तो इलावा मेरे को चारा नहीं हैगा। अपने आप ਨੂੰ ਜ਼ੋਰ ਪਾਇਆ ਹੀ ਹੈ ਨਾ, ਜਿਹੜਾ ਉੱਥੇ ਜ਼ੋਰ ਪਾਣਾ ਆਪਾਂ 10 ਸਾਲ ਇੱਥੇ ਕਿਉਂ ਨਹੀਂ। ਮੇਰੀ ਕਿਹੜੀ ਸਰਕਾਰ ਨੇ ਮੈਨੂੰ ਇੱਥੇ ਕਰੋੜ ਰੁਪਇਆ ਦਿੱਤਾ ਵਾ ਕਿ ਜਿਹਦੇ ਨਾਲ ਮੈਂ ਕੰਮ ਕਰ ਲਿਆ। ਮੇਰੀ ਕਿੰਨੇ ਸੋਹਣੀ ਆ, ਮੇਰੇ ਲੱਗੇ ਹੀ ਆ, ਮੇਰੇ ਕੋਲ ਲਵਾਏ ਗਏ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਮੇਰੇ ਸਾਰੇ ਕੰਮ ਵਿੱਚ, ਅੱਜ ਤੱਕ ਦੇ ਕੰਮ ਵਿੱਚ ਮੈਂ ਓਪਨ ਚੈਲੰਜ ਕਰਦੀ, ਤੁਸੀਂ ਖੁੱਲ ਕੇ ਵੇਖੋ ਕੋਈ ਵੀ ਡਾਕੂਮੈਂਟ, ਕੁਝ ਵੀ, ਜੇ ਤੁਹਾਨੂੰ ਲੱਗਦਾ ਕਿ ਮੈਂ ਕਿਤੇ नेक कमाई नहीं की तो तुम मैनू आगे दसो कि तू इत्थे नेक कमाई नहीं की, इत्थे तू गलत करता सी, ठीक है। मेरी लाइफ पैसा कमाना हुंदा ते मेरे च जिन्नी रब ने इंटैलीजेंस बख्शी है, मैं बहुत दूर जा सकती सी, ठीक है ना। मैं कोई वधिया कंपनी दी मार्केटिंग हैड बन सकती सी, जो मेरे च हुनर दिता रब ने। बट मेरी लाइफ एक एक्सपेरिमेंट आ कि जदों तुहाडे कोल पैसे नहीं हुंदे, ਜਦੋਂ ਤੁਸੀਂ ਛੋਟੀ ਜਗ੍ਹਾ ਤੋਂ ਹੁੰਦੇ ਸੀ, ਜਦੋਂ ਤੁਸੀਂ ਇੱਕ ਔਰਤ ਹੁੰਦੇ ਜੇ, ਜੋ ਤੁਹਾਡੇ ਤੇ ਕੋਈ ਵਿਸ਼ਵਾਸ ਨਹੀਂ ਕਰਦਾ, ਜਦੋਂ ਲੋਕ ਤੁਹਾਨੂੰ ਛੱਡ ਜਾਂਦੇ ਨੇ, ਠੀਕ ਹੈ, ਉਦੋਂ ਵੀ ਤੁਸੀਂ ਕਿਤੇ ਪਹੁੰਚ ਸਕਦੇ ਕਿ ਨਹੀਂ। ਜੇ ਇਸ ਤੋਂ ਵੀ ਆਪਾਂ ਸੇਧ ਨਹੀਂ ਲੈਣੀ ਕਿ ਹਾਂ ਅਸੀਂ ਪਹੁੰਚ ਸਕਦੇ ਹਾਂ, ਅਸੀਂ 11-12 ਸਾਲ ਚ ਕਿਤੇ ਪਹੁੰਚ ਜਾਂਦੇ ਹਾਂ, ਠੀਕ ਹੈ, ਤੇ ਫਿਰ ਹੋਰ ਕੀ ਉਦਾਹਰਨਾਂ ਤੁਹਾਨੂੰ ਦੇਈ ਜਾਈ। ਮੈਂ ਤੇ ਪਹਿਲਾਂ ਹੀ ਕਹਿਤਾ ਕਿ ਸਰਕਾਰ ਸਾਡੇ ਲਈ ਇਹ ਕਰੇਗੀ, ਉਹ ਕਰੇਗੀ, ਉਹਨੂੰ ਬੋਨਸ ਲੈ ਕੇ ਚੱਲੋ ਜਦੋਂ ਉਹ ਕਰੇਗੀ। ਅਸੀਂ ਖੁਦ ਕੀ ਕਰ ਰਹੇ ਹਾਂ, ਕੀ ਸਾਨੂੰ ਪੰਜਾਬੀ ਪੂਰੀ ਆਉਂਦੀ ਆ, ठीक है ना। इत्थे ते जख्म दे नहीं पता लगना कि कित्थे बिंदी पैनी है जो पुछना वा, ठीक है। सानू आप असीं अपनी कुर्सी ते बैठ के किन्नी मेहनत कर रहे, आप किन्नी जान ला रहे। साडे पेरेंट्स अज इन्नी कैपेसिटी है, वो साडे नालों ज्यादा अमीर होए पए ने, ठीक है ना। वो साडे तो वधिया पंजाबी लिख सकदे ने, सानू रोज रोटी खवा सकदे भावें असीं ना कमाईए, ठीक है। हर जे असीं गलत टाइम ते अपनी इच्छावां वधा लांगे, ठीक है, ते असीं औखे होना ही होना। जे मैं जमदे ही कहांगी कि हाँ जी मेरे को मोटरसाइकिल होवे, 21 साल की उम्र च मेरे को घर होवे, मैं लोगों नूं वेख के कहां मेरे को कार होवे, मैं वेखना ही नहीं कि उन्हें भी 10 साल मेहनत की तां ही उहदे को कार आई है, ठीक है। सो अपने अंदर यूथ नूं झाती मारन दी लोड़ है। ते लास्ट च मैं ऐड करना चाहनी कि साडे तो वध अणखी कौम कोई नहीं, साडे तो वध जोश भरी, जज्बात भरी, जान भरी कौम कोई नहीं हैगी। साडे तो वध वधिया काम कोई दुनिया दा यूथ नहीं कर सकदा। इस साडी भाषा च ही लिखिया होया, साडी भाषा च बोल सकते आपां कि तेनू करके विखावांगे, तेनू दसांगे पता, ठीक है, तेनू तू वेखेगा कि आपां कित्थे पहुंच सकते हैं। मैनू रब च विश्वास है, ये गलत हो ही नहीं सकता, इनू मैं करना ही करना, मैं सवेरे उठना ही उठना। इदां दी साडी कि आपां इंग्लिश च इन्नी जबरदस्त कह सकते कि मैं सवेरे उठना ही उठना, ठीक है ना। तुसीं कह दोगे कि यस आई विल गेट अप अर्ली इन द मॉर्निंग, किन्नी क जोर दी बोलोगे तुसीं, ठीक है। सो साडी भाषा इदां दी, सानू हर पक्षों असीं इन्ने अमीर आ, हर क्लाइमेट साडा वधिया, पूरे साल 365 दिन असीं काम कर सकते हैं, ठीक है, कोई दिन साडा बंद नहीं हुंदा। फिर भी असीं कंप्लेंट ही करी जाइए तो फिर आपां की कर सकते हैं। मैं ते तुहाडे चैनल ते भी क्या सरकार वालों कोई स्पैशल किते वालों मैं नहीं तुहानूं एग्जांपल दे सकती, मैं खुद एक एग्जांपल हां, इनू स्टडी किया जावे। ग्रेट, मैं खुद जस्टिफिकेशन आ कि अपने आप दे विच कि इत्थे अपॉर्चुनिटीज हैगियां ने, मैं एस्टैबलिश कीता, इस तो वड्डी एग्जांपल कोई नहीं हो सकती। ग्रेट। एक जोक भी है कि मेरा मेरे खुद ही 54% ईयर आईसी +2 शायद मे भी हुण मैं भी थोड़ा तो मोटिवेट होया भी एक दिन सक्सेसफुल हो सकदा। 54% इनफ ने। ते एक ना तुसी जिदा किया कि रिवर्स माइग्रेशन दे विच थोड़े दो और स्टेप भी है कि पीआर पंजाब ते एक पंजाब रीकनेक्ट। पीआर पंजाब दे विच तुसी की है ते पंजाब रीकनेक्ट दोनों दे विच की डिफरेंस है, की इन्हां दे विच काम ने? राइट, सो मैनू ये बड़ी खुशी कि रिवर्स माइग्रेशन ना पिकअप बहुत अच्छी कर ली आपां। सो रिवर्स माइग्रेशन ते जिद्दां चल जिंदी है मूवी आई आ, चल जिंदी 2 भी आएगी हुण, है ना। सॉरी मैं भी ऐड ऑन करना चाहता सी कि थोड़े तो स्टार्ट हुई सी रिवर्स माइग्रेशन, मैं काफी चेर तो ਤੁਹਾਨੂੰ फॉलो करदा सी इस ते, क्योंकि मैं खुद पर्सनली बहुत कनेक्ट हां कि दी एप्रिसिएशन भी थोड़ी बनती है कि उस तो बाद सॉन्ग आए, बहुत डिफरेंट मूवीज आईयां, कईयां ने कहानियां लिखियां, आर्टिकल लिखे, बहुत कुछ होया कि थोड़ी सलागा बनती है कि अगर पंजाब नूं बचाउण वाले दे विच कोई है जिन्हें योगदान पाया है, जदों कि इस कदर माइग्रेशन हो रही है पंजाब दे विच, थोड़ा सब तो बड़ा नाम रहेगा कि जिन्हें रिवर्स माइग्रेशन का इशू चक्या, उन्होंने रिजॉल्व करने के लिए स्टैप चक्के कि वो जिवें एक कहानी है ना कि जदों जंगल दे विच अग लग गई ते एक चिड़ी अपने चुंझ दे विच पानी भर के वार-वार उत्थे जा रही सी अग बुझाउण दे लई, तैनूं कोई पुछदा भी तेरी छोटी जी चुंझ थोड़ा जिहा पानी जांदा, तो वो कहंदी सी जदों कहानी लिखी जाएगी जंगल दी अग बुझाउण दे विच तां मेरी अग बुझाउण वाले दे विच होएगा नाम, ना कि अग लाउण वाले दे विच। हां जी, मैं इत्थे ये भी ऐड करना चाहनी कि ਜਿਹੜੇ ਵੀ ਮੈਨੂੰ ਫੋਲੋ ਕਰਦੇ ਆ ਜਾਂ ਮੈਨੂੰ ਜਾਣਦੇ ਨੇ, ਉਹ ਇਹ ਵੀ ਜਾਣਦੇ ਆ ਕਿ
जे रिवर्स माइग्रेशन ते या वतन वापसी ते अपन लेख लिखने हुंदे ते मैं भी टीम ला सकदी सी लेख लिखण दी, ते मैं खुद लिख सकदी सी है ना। जे मैं इहदे ते चैनल समझो बनाना हुंदा ते मेरे च भी इन्नी कैपेबिलिटी है कि मैं इहदे ते 2-4 YouTube चैनल बना दिंदी, ठीक है, ते बहुत पहला बना दिंदी, साल पहले। ते गाने कड्ढने हुंदे ते मैं भी अपनी टीम दे अंडर करवा लेंदी ये काम, ठीक है, मूवी तक काम करा लेंदी, किताबां तक छपवा लेंदी, मैगजीन करवा सकदी। पर इनू शुरुआत जरूर मैं कीती है, ठीक है। मैं ये इंटेंशनली ये चीज मैं तुसी मेरी पोस्टां भी देखोगे तो मैं कदी राइटर्स नू पोस्ट लिखदी हां कि सारे राइटर्स इत्ते जरूर लिखन, कदी सिंगर्स नू अपील करदी हां कि सारे सिंगर्स इत्ते जरूर करन, ठीक है, चैनल्स नू अपील करदी कि तुसी इहो जिही स्टोरीज कवर करो, क्योंकि मैं इनू शुरू करन दे विच जिहड़ा मेरा नाम आना ओहदे तो मैं खुश हाँ, ठीक है, पर सारा कुछ मैं ही कर लांगी ते ओह पॉसिबल नहीं। मैं भी एक बंदा, एक चैनल, एक सिंगर, एक मूवी बनाने वाले या सरकार या कोई भी, हर एक दी बहुत थैंकफुल हाँ। प्लस मैं इंटेंशनली इनू फ्लो ਇਹਦਾ ਇਹੋ ਜਿਹਾ ਬਣਾਇਆ ਜੋ ਮੇਰੇ ਜ਼ਹਿਨ 'ਚ ਚੱਲਦਾ, ਮੇਰੇ ਮਾਈਂਡ 'ਚ ਚੱਲਦਾ ਕਿ ਬੱਚਾ ਇਹਦੇ ਤੇ ਲਿਖੇ ਤੇ ਘਰ ਇਹਦੇ ਤੇ ਗੱਲ ਕਰੇ ਤੇ ਦੁਨੀਆ ਇਹਨਾਂ ਤੇ ਮੂਵੀਜ਼ ਬਣਾਵੇ ਤੇ ਦੁਨੀਆ ਜਿਹੜਾ ਵਾ ਉਹ ਚੈਨਲਸ ਤੇ ਜਿਹੜਾ ਉਹ ਕੰਮ ਕਰਨ। ਸੋ ਜਿੱਦਾਂ ਮੈਂ ਸੋਚਦੀ ਆ ਉਦਾਂ ਹੀ ਜਿਹੜਾ ਵਾ ਉਹ ਹੋ ਰਿਹਾ ਤੇ ਬਹੁਤ ਵਧੀਆ ਢੰਗ ਨਾਲ ਜਿਹੜਾ ਹੋ ਰਿਹਾ। ਸੋ PR ਪੰਜਾਬ ਜਿੱਦਾਂ ਤੁਸੀਂ ਕਿਹਾ ਕਿ देखो कि रिवर्स माइग्रेशन बहुत वधिया पिक कर गया है ना। सो विद टाइम PR पंजाब भी एक ਇਹੋ ਜਿਹਾ कैंपेन रहेगा कि जिते बहुत काम होएगा ਤੇ फाइनली ਜਿਹੜਾ कि किते ना किते इमीग्रेशन वालिਆਂ ਨੂੰ ਲੱਗਦਾ कि ਉਹਨਾਂ ਨਾਲ ਲੜਾਈ ਪਾ ਰਹੇ ਸੀ ਜਾਂ ਫਿਰ NRI ਕਮਿਊਨਿਟੀ ਨੂੰ ਲੱਗਦਾ कि कुछ ਅਸੀਂ ਅਲੱਗ ਕਹਿ ਰਹੇ ਹਾਂ, ਠੀਕ ਹੈ। ਇਸ ਕਰਕੇ ਅਸੀਂ ਪੰਜਾਬ ਰੀਕਨੈਕਟ ਜਿਹੜੀ ਆ ਉਹਦੇ ਤੇ ਵੀ ਕੰਮ ਕੀਤਾ ਜਾਏਗਾ, ਪਰ ਇਕੱਲੇ ਨਹੀਂ ਮੈਂ ਕਰ ਸਕਦੀ। ਮੇਰਾ ਇੱਕ ਬਿਜ਼ਨਸ ਆ, ਮੈਂ ਉਧਰ ਵੀ ਬੱਚਿਆਂ ਨੂੰ ਤਨਖਾਹ ਦੇਣੀ ਆ, ਮੇਰਾ ਫੈਮਿਲੀ ਆ, ਮੈਂ ਆਪਣੇ ਮੰਮੀ ਪਾਪਾ ਦਾ ਵੀ ਧਿਆਨ ਰੱਖਣਾ, ਖੁਦ ਦਾ ਧਿਆਨ ਰੱਖਣਾ। ਅੱਜ ਮੇਰੇ ਕੋਲ ਕੋਈ ਟੀਮ ਹੋਵੇ ਜਾਂ ਮੇਰੇ ਨਾਲ ਕੋਈ ਚੱਲ ਕੇ ਕਰੇ ਤੇ ਸ਼ਾਇਦ ਮੇਰੇ ਤੇ ਬਹੁਤ ਵਧੀਆ ਕੰਮ ਕਰ ਸਕਦੀ ਆ, ਇਹਨੂੰ ਹੈਡ ਕਰ ਸਕਦੀ ਵਧੀਆ, ਪਰ ਉਹ ਕਿ ਮੈਂ ਇੰਨਾ ਕੰਮ ਨਹੀਂ ਕਰ ਸਕਦੀ। ਪਰ ਜਿੱਦਾਂ ਜਿੱਦਾਂ ਮੇਰੇ ਕੋਲ ਵਕਤ ਲੱਗੇਗਾ ਤੇ PR ਪੰਜਾਬ ਦੇ ਵਿੱਚ ਅਸੀਂ ਉਸ ਚੀਜ਼ ਨੂੰ ਬਹੁਤ ਹਾਈਲਾਈਟ ਕਰਾਂਗੇ ਕਿ ਜਿਨ੍ਹਾਂ ਨੇ एक किरती समाज की एस्टैबलिशमेंट की है पंजाब दे विच। कारोबारी जिन्ना मर्जी तुसी कह लो कि लोग पंजाबी बाहर जाके सक्सैसफुल हो गए, अज भी जिहड़े आ ओह उन्ने सक्सैसफुल नहीं आ जिन्नियां जॉब्स पंजाबियां ने पंजाब च क्रिएट की है, ठीक है ना। सो जिहड़ा पलड़ा वा ओह पंजाब दा ही भारी रहना। सब तो ज़्यादा पंजाबी लोग जे एंटरप्रेन्योर्स बने पंजाब च बने, पंजाब तो बाहर तो सारे जा नहीं सकते, है ना। सो ਉਹਨਾਂ ਨੂੰ ਕਿਉਂ ਨਹੀਂ ਕ੍ਰੈਡਿਟ ਦੇ ਰਹੇ ਆਪਾਂ, ਉਹਨਾਂ ਨੂੰ ਕਿਉਂ ਨਹੀਂ ਹਾਈਲਾਈਟ ਕਰ ਰਹੇ। ਸੋ ਮੇਰੀ ਕੋਸ਼ਿਸ਼ ਹੋਏਗੀ ਕਿ ਹਰ ਪੱਖ ਤੋਂ ਕਿ ਜਿਹੜੇ ਲੋਕ ਪੰਜਾਬ ਨੂੰ ਚਲਾ ਰਹੇ ਨੇ, ਜਿਨ੍ਹਾਂ ਦੇ ਸਿਰ ਤੇ ਅਸੀਂ ਖਾ ਰਹੇ ਹਾਂ, ਜਿਨ੍ਹਾਂ ਦੇ ਸਿਰ ਤੇ ਇੰਨੀ ਇਕਨੋਮਿਕ ਡਿਵੈਲਪਮੈਂਟ ਹੋ ਰਹੀ ਪੰਜਾਬ 'ਚ, ਉਹ ਵੀ ਤੇ ਕੁਝ ਹੈ ਨਾ, ਉਹਨਾਂ ਕੋਲ ਵੀ ਕੋਈ PR ਆ, ਉਹਨਾਂ ਦਾ ਕੋਈ ਰੈਜ਼ੀਡੈਂਸੀ ਆ, ਉਹਨਾਂ ਦੀ ਵੀ ਕੋਈ ਪਹਿਚਾਣ ਆ, ਉਹ ਵੀ ਪੱਕੇ ਪੰਜਾਬੀ, ਪੰਜਾਬ 'ਚ ਰਹਿਣ ਵਾਲੇ ਪੰਜਾਬੀ। ਸੋ ਉਹਨਾਂ ਨੂੰ ਪੋਜ਼ਿਟਿਵ ਲੋਕਾਂ ਨੂੰ ਕਿ ਜਿਨ੍ਹਾਂ ਨੇ ਪੰਜਾਬ ਤੇ ਵਿਸ਼ਵਾਸ ਕੀਤਾ, पंजाब की परवरिश ते विश्वास किया, अपने पेरेंट्स नूं चुनिया, उन्हां दीयां स्टोरीज जिहड़ियां ओह अच्छियां हाईलाइट कीतियां जाणगियां, उत्ते इह काम होएगा। ते रीकनैक्ट दे विच जिहड़ा कि इस पूरी मुहिम दा सब तो इंपॉर्टेंट पार्ट आ पंजाब रीकनैक्ट, है ना, कि जे साडे इमीग्रेशन वाले आ उन्हां नूं भी ओह सौखे तरीके नाल बच्चिआं नूं बाहर भेज देण, उन्होंने गाइड वधिया कर देन, दैट इज़ टोटली ओके, उन्होंने जॉब उन्होंने करनी चाहिए है ना। पर जिहड़ा विजन आपां अगे फॉरवर्ड करना उन्होंने माइंड विच वो बड़ा जरूरी है कि तुसी पढ़ के जे उत्थे कोई बिजनेस करते जे ते वो वाले बिजनेस नूं तुसीं इत्थे कनैक्ट करो, इत्थों दे बच्चिआं नूं समझो कि तुहाडे ही बच्चे आ, तुसीं इमीग्रेशन उन्हां दी करके 10 बच्चिआं ने 2 सालां दे विच उत्थे IT कंपनी खोल ली या इंजीनियर लग गए, उन्हां नूं इत्थों वालिआं नाल कनैक्ट करना कि भाई तुसीं आपस च मिल के भी काम करो, उन्होंने गाइड करना कि तुसीं कमान उत्थे जाओ पर आपां जिहड़ी जमीन इत्थे खरीदनी है, आपां जिहड़ा कारोबार फाइनली इत्थे सैटअप करना, आपां अपनी जड़ां नाल जुड़ना। मैं तो चाहुंदी हां कि वध तो वध बच्चे बाहर जाण, उत्थों सिੱਖਣ, उत्थे पढ़न ते उस तो बाद इत्थे आके जिहड़ा वा इत्थे कमाइयां अपनियां भेजण, अपनी कमाइयां इत्थे लाउण। उन्हां नूं पता होवे कि साडी फाइनल डेस्टिनेशन जिहड़ी जिंदगी दे 30-40 साल अखीरले ਅਸੀਂ ਲਾਉਣੇ ਸਾਡਾ ਪੰਜਾਬ ਹੀ ਆ, ਤੇ ਹਰ ਸਾਲ ਆਪਾਂ ਕਿੰਨਾ
ਵਿਜ਼ਿਟ ਕਰਨਾ ਵਾ, ਫਾਈਨਲੀ ਆਪਾਂ ਆਉਣਾ ਇੱਥੇ ਆ। ਪ੍ਰੋਬਲਮ ਤੇ ਉੱਥੇ ਆ ਕਿ ਜਿੱਥੇ ਅਸੀਂ ਕਰੋੜ ਆਪਣੇ ਘਰਦਿਆਂ ਨੂੰ ਵੀ ਨੰਗ ਮਲੰਗ ਕਰਕੇ ਜਿਹੜਾ ਵਾ ਉਹ ਜੋ ਉਹਨਾਂ ਨੇ ਜ਼ਿੰਦਗੀ 'ਚ ਕਮਾਈ ਕੀਤੀ ਆ, ਅਸੀਂ ਬੇਸ਼ਰਮੀ ਨਾਲ ਆਪਣਾ ਹੱਕ ਉਹਦੇ ਤੇ ਜਮਾ ਕੇ ਜਿਹੜਾ ਵਾ ਉਹਨਾਂ ਤੋਂ ਜੋ ਉਹਨਾਂ ਕੋਲ ਕਿਸੇ ਨੇ ਸਾਰੀ ਉਮਰ ਟੀਚਿੰਗ ਕੀਤੀ ਹੁੰਦੀ ਆ ਤੇ 60 ਲੱਖ ਰੁਪਇਆ ਉਹਨੇ ਜੋੜਿਆ ਹੁੰਦਾ, ਠੀਕ ਹੈ, ਉਹ ਬੱਚਾ ਲੈ ਕੇ ਇੱਕੋ ਵਾਰ 'ਚ ਉੱਥੇ ਲੈ ਕੇ ਤੇ ਉਹਦੇ ਕੋਲ ਕੁਝ ਵੀ ਨਹੀਂ ਰਹਿੰਦਾ, ਉਹ ਫਿਰ ਉਦਾਂ ਹੀ, ਠੀਕ ਹੈ। ਸੋ ਪ੍ਰੋਬਲਮ ਇਸ ਚੀਜ਼ ਨੂੰ ਕਰਨਾ ਕਿੱਦਾਂ ਆ, ਉਹਦੀ ਅਵੇਅਰਨੈਸ ਕਰਨ ਦੀ ਲੋੜ ਆ। ਸਾਡੀ ਸੋਚ ਕੀ ਹੋਣੀ ਚਾਹੀਦੀ ਮਾਈਗ੍ਰੇਟ ਕਰਨ ਵਕਤ, ਠੀਕ ਹੈ। ਤੇ ਜੋ ਅਸੀਂ ਕਮਾਈਆਂ ਕਰ ਲਈਆਂ ਤੇ ਉਹਨੂੰ ਆਪਾਂ ਯੂਟਿਲਾਈਜ਼ ਕਿੱਦਾਂ ਕਰਨਾ, ਕਿੱਦਾਂ ਆਪਾਂ ਜਿਹੜੀਆਂ ਫੈਮਿਲੀਜ਼ ਆ, ਰਿਸ਼ਤੇ ਆ, ਜਿਹਦੇ ਲਈ ਫਾਈਨਲੀ ਅਸੀਂ ਜੀਣਾ ਵਾ, ਜਿਹੜਾ ਸਾਡਾ ਫਾਈਨਲ ਮੋਟਿਵ ਆ ਕਿ ਇੱਕ ਮਾਂ ਨੇ ਸਾਨੂੰ ਮਰਨ ਦੀ ਵੀ ਪਰਵਾਹ ਨਹੀਂ ਕੀਤੀ ਤੇ ਸਾਨੂੰ ਜਨਮ ਦਿੱਤਾ, ਠੀਕ ਹੈ। ਤੇ ਅਸੀਂ ਉਹਨੂੰ ਕੀ ਦੇ ਰਹੇ ਹਾਂ 60 ਸਾਲ ਤੋਂ ਬਾਅਦ, ਉਹ ਸਾਡਾ ਬੱਚਾ ਬਣ ਜਾਂਦੀ ਹੈ, ਉਹਨੂੰ ਕਿੰਨਾ ਵਕਤ ਦੇ ਰਹੇ ਆ, ਉਹਦਾ ਕਿੰਨਾ ਧਿਆਨ ਰੱਖ ਰਹੇ ਆ, ਉਹਦਾ ਕਿੰਨਾ ਉਹਦੇ ਸਰੀਰ ਦੀ ਕਿੰਨੀ ਸਫਾਈ ਰੱਖ ਪਾ ਰਹੇ ਆ ਜੇ ਉਹ ਬਿਮਾਰ ਹੈ ਤੇ, ਹਨਾ। ਆਪਣੀ ਤੇ ਕਰਵਾ ਲਈ ਅਸੀਂ, ਆਪਣੀ ਹਰ ਤਰ੍ਹਾਂ ਨਾਲ ਸਫਾਈ ਕਰਾ ਦੀ ਅਸੀਂ ਤੇ ਉਹਦੇ ਨੂੰ ਕਿਸੇ ਨੇ ਵੇਖਿਆ ਹੀ ਨਹੀਂ, ਠੀਕ ਹੈ, ਉਹਨੂੰ ਆਪਾਂ ਪਾਸੇ ਲਗਾਤਾ, ਠੀਕ ਹੈ। ਸੋ ਸਾਡੇ ਨਾਲ ਵੀ ਉਹੀ ਹੋਣਾ ਕੱਲ ਨੂੰ। ਇਹ ਜਿਹੜੇ ਬਾਹਰ ਬੈਠੇ ਨੇ ਲੋਕ ਜਿਹੜੇ ਸਮਝਦੇ ਕਿ ਸਾਡੇ ਪੇਰੈਂਟਸ ਉੱਥੇ ਬੈਠੇ ਤੇ ਸਾਡੀ ਕੋਈ ਸਪੈਸ਼ਲ ਕੇਅਰ ਹੋ ਜਾਣੀ ਹੈ ਉੱਥੇ, ਇਦਾਂ ਦੀ ਕੋਈ ਗੱਲ ਨਹੀਂ। ਸਾਡੇ ਨਾਲ ਵੀ ਉਹੀ ਚੀਜ਼ਾਂ ਵਾਪਰਨੀਆਂ, ਕਿਉਂਕਿ ਫਾਈਨਲੀ देयर इज गॉड एंड रब ਜਿਹੜਾ ਸਾਰਾ ਕੁਝ ਦੇਖਦਾ ਵਾ। ਇਹ ਨਾਸਤਿਕ ਲੋਕਾਂ ਦੀ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੋਈ, ਜਿਹੜੇ ਉਹ ਮੰਨਦੇ ਕਿ ਵਾਪਸੀ ਨਾਲ ਸਾਡੇ ਨਾਲ ਫਿਰ ਉਹ ਚੀਜ਼ਾਂ ਨਹੀਂ ਹੁੰਦੀਆਂ, ਹੋਣੀਆਂ ਉਹੀ ਨੇ, ਠੀਕ ਹੈ। ਸੋ ਇਨ ਫਿਊਚਰ ਵੀ ਆਰ ਗੋਇੰਗ ਟੂ ਬਿਲਡ ਲੋਟ ਆਫ ਪਲੇਟਫਾਰਮਸ ਜਿੱਥੇ ਸੇਮ ਏਜ ਗਰੁੱਪ ਆਪਸ ਚ ਇੰਟਰੈਕਟ ਕਰਨ। ਉੱਥੋਂ ਦਾ 5 ਸਾਲ ਦਾ ਬੱਚਾ ਇੱਥੋਂ ਦੇ 5 ਸਾਲ ਦੇ ਬੱਚੇ ਨਾਲ ਇੰਟਰੈਕਟ ਕਰੇ, ਉੱਥੋਂ ਦਾ 20 ਸਾਲ ਦਾ ਇੱਥੋਂ ਦੇ 20 ਸਾਲ ਨਾਲ ਇੰਟਰੈਕਟ ਕਰੇ। ਸੋ ਵੀ ਨੀਡ ਟੂ ਵਰਕ ਔਨ ਕਿ ਆਪਾਂ ਕਿੱਦਾਂ ਆਪਣੇ ਬਿਜ਼ਨਸਿਸ ਤੇ ਆਪਣਾ ਕਲਚਰ ਜਿਹੜਾ ਵਾ ਉਹ ਕੋਲੈਬੋਰੇਟ ਕਰੀਏ। ਹੁਣ ਜਿਹੜੀ NRI ਕਮਿਊਨਿਟੀ ਬਣ ਚੁੱਕੀ ਆ, ਜਿਹੜੇ ਬੱਚੇ ਉੱਥੋਂ ਦੇ ਬੋਰਨ, ਠੀਕ ਆ, ਵੀ ਹੈਵ ਨੋ ਰਾਈਟ ਕਿ ਉਹਨਾਂ ਨੂੰ ਇੱਥੇ ਬੁਲਾਈਏ। ਕਿਉਂ ਛੱਡ ਕੇ ਆਣ? ਉਹਨਾਂ ਦੀ ਮਦਰਲੈਂਡ ਆ, ਉਹ ਉਹਨਾਂ ਨੂੰ ਉਹ ਪਾਲ ਰਹੀ ਆ, ਠੀਕ ਹੈ, ਤੇ ਆਪਾਂ ਉਹਨਾਂ ਨੂੰ ਹੁਣ ਨਹੀਂ ਲਿਆ ਸਕਦੇ। ਪਰ ਹੁਣ ਸਾਡਾ ਹਾਈ ਟਾਈਮ ਆ ਕਿ देयर नीड टू बी गुड पंजाब रीकनैक्ट, ਜਿੱਥੇ ਉੱਥੋਂ ਦੇ ਬੱਚੇ ਜਾਣ ਸਾਡੀ ਨੇਚਰ ਜਾਣ ਸਾਡੀ ਕਾਬਲੀਅਤ ਜਾਣ ਤੇ ਸਾਡੇ ਨਾਲ ਉਹ ਕਾਰੋਬਾਰੀ ਵਿਹਾਰ ਵੀ ਰੱਖਣ, ਇੱਥੇ ਵਿਜ਼ਿਟ ਕਰਨ, ਇੱਕ ਆਪਣਾ ਕਲਚਰ ਜਿਹੜਾ ਨਾ ਭੁੱਲਣ। ਬਹੁਤ ਅੱਛਾ। ਮੈਨੂੰ ਮੇਰਾ ਖੁਦ ਦਾ ਪਰਸਨਲੀ ਇਹ ਰਿਵਿਊ ਹੈ ਕਿ ਮੇਰਾ ਜੀ ਕਰ ਰਿਹਾ ਸੀ ਮੈਂ ਸੁਣੀ ਜਾਵਾਂ ਤੁਹਾਡੀਆਂ ਗੱਲਾਂ ਕਿ ਇੰਨੀਆਂ ਡੀਪ ਨੇ, ਤੁਸੀਂ ਇੰਨਾ ਕਨੈਕਟਡ ਹੋ। ਇਹ ਮੂਵਮੈਂਟ ਨਾ ਕੋਈ ਵੀ ਬੰਦਾ ਐਵੇਂ ਨਹੀਂ ਚਲਾ ਲੈਂਦਾ ਕਿ ਜਿੰਨਾ ਚਿਰ ਤੁਸੀਂ ਅੰਦਰੋਂ ਮਹਿਸੂਸ ਨਹੀਂ ਕਰਦੇ, ਉਹਦੇ ਨਾਲ ਜੁੜੇ ਮਹਿਸੂਸ ਨਹੀਂ ਕਰਦੇ, ਉਹਨਾਂ ਚਿਰ ਤੁਸੀਂ ਇਦਾਂ ਦੀਆਂ ਮੂਵਮੈਂਟਸ ਨਹੀਂ ਖੜੀਆਂ ਕਰ ਸਕਦੇ ਤੇ ਉਹਨੂੰ ਸਕਸੈਸ ਨਹੀਂ ਕਰ ਸਕਦੇ ਬੇਸਿਕਲੀ ਜੋ ਤੁਸੀਂ ਕਰ ਰਹੇ ਹੋ। ਜਿਹੜੇ ਬੱਚੇ ਹੁਣ ਜਾ ਰਹੇ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਜਾ ਰਹੇ, ਮਾਈਗ੍ਰੇਸ਼ਨ ਸਾਨੂੰ ਕੱਲੀ ਇਹ ਸਮੱਸਿਆ ਨਹੀਂ ਦੇ ਰਹੀ ਕਿ ਸਾਡਾ ਯੂਥ ਜਾ ਰਿਹਾ, ਸਾਡੇ ਪੇਰੈਂਟਸ ਮਾਪਿਓ ਦਾ ਬੁਢਾਪਾ ਰੁਲ ਰਿਹਾ, ਉਹਨਾਂ ਦਾ, ਸਾਡੀਆਂ ਜ਼ਮੀਨਾਂ ਜਾਇਦਾਦਾਂ, ਸਾਡੀ ਆਇਡੈਂਟੀਟੀ ਹੈ ਜਿਹੜੀ ਪਹਿਚਾਨ ਅਸੀਂ ਉਹਨੂੰ ਗਵਾ ਰਹੇ ਹਾਂ, ਬਹੁਤ ਸਾਰੀਆਂ ਸਮੱਸਿਆਵਾਂ ਹੋਰ ਵੀ ਦੇ ਰਹੀ ਹੈ। ਜਿਹੜੇ ਬੱਚੇ ਹੁਣ ਇੱਥੋਂ ਜਾ ਰਹੇ ਨੇ ਉਹਨਾਂ ਲਈ ਇੱਕ ਮੈਸੇਜ ਤੁਸੀਂ ਕੀ ਖਾਸ ਇਦਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਲਈ ਮੇਰਾ ਇਹੀ ਮੈਸੇਜ ਹੈ ਕਿ ਜੋ ਤੁਹਾਡਾ ਦਿਲ ਕਰਦਾ ਉਹ ਕਰੋ, ਠੀਕ ਹੈ ਨਾ। ਜੇ ਤੁਹਾਡਾ ਦਿਲ ਕਰਦਾ ਕਿ ਮੈਂ ਕੈਨੇਡਾ ਜਾਣਾ ਤੇ ਜਾਓ, ਠੀਕ ਹੈ। ਸੋ ਜੇ ਤੁਹਾਡਾ ਦਿਲ ਕਰਦਾ ਕਿ ਮੈਂ ਪੰਜਾਬ ਰਹਿਣਾ ਤੇ ਰਹੋ। ਸਭ ਤੋਂ ਅਮੀਰ ਬੰਦਾ ਤੇ ਸਭ ਤੋਂ ਪੀਸਫੁਲ ਬੰਦਾ, ਸਭ ਤੋਂ ਸੈਟੀਸਫੈਕਸ਼ਨ ਤੁਹਾਨੂੰ ਉਦੋਂ ਆਉਂਦੀ ਜ਼ਿੰਦਗੀ 'ਚ। ਅਸੀਂ ਕਦ ਲਈ ਕੰਮ ਕਰਾਂਗੇ? ਅਲਟੀਮੇਟਲੀ ਮੈਨੂੰ ਸੈਟੀਸਫੈਕਸ਼ਨ ਆਵੇ, ਸਕੂਨ ਮਿਲ ਜੇ, ਹਨਾ। ਸਕੂਨ ਤੁਹਾਨੂੰ ਸਿਰਫ ਉਦੋਂ ਮਿਲ ਸਕਦਾ ਜਦੋਂ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਹਾਡਾ ਦਿਲ ਕਰਦਾ, ਠੀਕ ਹੈ। ਸੋ ਇੱਥੇ ਵੀ ਆਪਾਂ ਗਲਤੀ ਕਰ ਰਹੇ ਕਿ ਦਿਲ ਸਾਡਾ ਕਹਿੰਦਾ ਕਿ ਉਹ ਮੈਂ ਦਾਦਾ ਦਾਦੀ ਨੂੰ ਛੱਡ ਕੇ ਜਾ ਰਿਹਾ ਵਾਂ, ਠੀਕ ਆ, ਤੇ ਮੇਰਾ ਤੇ ਜੀ ਲੱਗਾ ਹੋਇਆ ਇੱਥੇ, ਹਨਾ। ਤੇ ਉਦੋਂ ਬੱਚੇ ਨੂੰ ਮੋਹ ਹੁੰਦਾ, ਉਹ ਦਾਦੀ ਦੀਆਂ ਲੱਤਾਂ ਵੀ ਘੁੱਟ ਦਿੰਦਾ ਵਾ, ਹਾਸੇ ਮਜ਼ਾਕ ਵੀ ਕਰਦਾ ਵਾ, ਠੀਕ ਆ। ਤੇ ਫਿਰ ਉਹ ਪੀਅਰ ਪ੍ਰੈਸ਼ਰ ਚ ਆ ਕੇ ਦੇਖ ਕੇ ਸਾਰਿਆਂ ਨੂੰ ਸੋਚਦਾ ਮੇਰੀ ਜ਼ਿੰਦਗੀ ਲਈ ਇਹ ਜ਼ਿਆਦਾ ਜ਼ਰੂਰੀ ਤੇ ਮੈਂ ਉਹ ਚੱਲ ਜਾਂਦਾ, ਠੀਕ ਹੈ। ਸੋ ਟੂ ਦ ਯੂਥ ਮਾਈ ਮੈਸੇਜ ਇਜ਼ ਕਿ ਬਿਕਮ ਅ ਪਰਸਨ ਹੂ ਡਜ਼ ਕਿ ਜੋ ਦਾ ਦਿਲ ਕਰਦਾ, ਠੀਕ ਹੈ। ਜੇ ਤੁਹਾਡਾ ਦਿਲ ਕਰਦਾ ਕਿ ਤੁਸੀਂ ਕੈਨੇਡਾ ਜਾਣਾ ਤੇ ਜਾਓ, ਕੋਈ ਨਾ ਉਹਨੂੰ ਰੋਕੇ, ਠੀਕ ਹੈ। ਉੱਥੇ ਜਾ ਕੇ ਜੇ ਤੁਹਾਡਾ ਦਿਲ ਕਰਦਾ ਕਿ ਮੈਂ ਵਾਪਸ ਆਉਣਾ ਤੇ ਯੂ ਮਸਟ ਕਮ, ਤੇ ਤੁਹਾਡੇ ਪੇਰੈਂਟਸ ਨੂੰ ਸਾਥ ਦੇਣਾ ਚਾਹੀਦਾ ਤੁਹਾਡਾ ਕਿ ਜੇ ਮੇਰਾ 30 ਲੱਖ ਰੁਪਏ ਬਰਬਾਦ ਕਰਨ ਤੋਂ ਬਾਅਦ ਵੀ ਮੇਰੇ ਬੱਚੇ ਨੂੰ ਇੰਨੀ ਸਮਝ ਆ ਗਈ ਆ ਕਿ ਪੰਜਾਬ ਹੀ ਵਧੀਆ ਹੈ, ਇੱਥੋਂ ਮੈਨੂੰ ਅੱਗੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਨੀ ਚਾਹੀਦੀ ਸੀ, ਜਾਂ ਫਿਰ ਮੈਨੂੰ ਆਪਣੇ ਪਾਪਾ ਦਾ ਬਿਜ਼ਨਸ ਅੱਗੇ ਵਧਾਉਣਾ ਚਾਹੀਦਾ ਸੀ, ਆਪਣੇ ਪਾਪਾ ਦਾ ਬਿਜ਼ਨਸ ਚਲਾਉਣਾ ਚਾਹੀਦਾ, ਇਹ ਚੀਜ਼ ਕਰਨੀ ਚਾਹੀਦੀ ਸੀ, ਤੇ ਉਹਨੂੰ ਛੇਤੀ ਬੁਲਾ ਲਓ।
ਇੱਥੇ ਵੀ ਬੜੀ ਗਲਤੀ ਕਰ ਰਹੇ ਸੀ, ਸ਼ਰਮ ਮਹਿਸੂਸ ਕਰ ਰਹੇ ਜਦੋਂ ਸਾਡਾ ਬੱਚਾ ਆਉਣਾ ਚਾਹੁੰਦਾ ਵਾ ਜਾਂ ਉਹਨੂੰ ਪੁੱਛ ਵੀ ਨਹੀਂ ਰਹੇ ਕਿ ਤੂੰ ਆਉਣਾ ਵਾ, ਠੀਕ ਹੈ। ਇਟਸ ਟੋਟਲੀ ਓਕੇ ਕਿ ਤੁਹਾਨੂੰ ਜ਼ਿੰਦਗੀ ਦੀ ਕਮਾਈ ਲਾਉਣ ਤੋਂ ਬਾਅਦ, ਸਾਡੇ ਪੇਰੈਂਟਸ ਨੇ ਸਾਨੂੰ ਕਿੱਦਾਂ ਬਣਾਇਆ, ਜ਼ਿੰਦਗੀ ਦੀ ਕਮਾਈ ਲਾਤੀ ਸਾਡੇ ਤੇ, ਠੀਕ ਆ, ਆਪਣਾ ਕਣ ਸਾਡੇ ਤੇ ਲਾਤਾ ਸਾਡੇ ਪੇਰੈਂਟਸ ਨੇ, 3% ਵਿਆਜ ਤੇ ਪੈਸੇ ਲੈ ਕੇ ਸਾਨੂੰ ਪੜਾਤਾ। ਅੱਜ ਮੇਰਾ ਬਿਜ਼ਨਸ ਦੇ ਵਿੱਚ ਮੇਰੇ ਪਾਪਾ ਨੇ ਆਟਾ ਚੱਕੀ ਵੀ ਬੈਂਕ ਨੂੰ ਦੇਤੀ, ਮੇਰਾ ਘਰ ਵੀ ਬੈਂਕ ਨੂੰ ਦੇਤਾ, ਠੀਕ ਹੈ। ਹਰ ਚੀਜ਼ ਦਾਅ ਤੇ ਲਾ ਕੇ ਮਨਦੀਪ ਕੌਰ ਟਾਂਗਰਾ ਨੇ ਬਣਾਈ ਹੈ। ਤੇ ਜੇ ਤੁਹਾਡਾ 30-40 ਲੱਖ ਲੱਗ ਵੀ ਜਾਏਗਾ ਦਾਅ ਤੇ ਜੇ ਸਾਡੇ ਬੱਚੇ ਨੂੰ ਅਕਲ ਹੀ ਆ ਜਾਏਗੀ ਜਾਂ ਸਾਨੂੰ ਖੁਦ ਨੂੰ ਆ ਜਾਏਗੀ, ਸਾਨੂੰ ਸਮਝ ਪੈ ਜਾਏਗੀ, ਤੇ ਪੈਸੇ ਤੇ ਫੇਰ ਬਣ ਜਾਣਗੇ। ਤੇ ਪਰ ਪੈਸੇ ਲਾ ਕੇ ਜੇ ਸਮਝ ਵੀ ਨਾ ਬਣੀ, ਠੀਕ ਹੈ, ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹੀ ਮੈਸੇਜ ਮੇਰਾ ਇਮੀਗ੍ਰੇਸ਼ਨ ਵਾਲਿਆਂ ਨੂੰ, ਜਿਹਦਾ ਦਿਲ ਕਰਦਾ, ਜਿਹੜਾ ਕਨਵਿੰਸ ਹੁੰਦਾ ਤੁਹਾਡੇ ਤੋਂ, ਉਹਨੂੰ ਭੇਜੋ। ਜਿੰਨੇ ਜਾਣਾ ਛੇਤੀ ਜਾਓ, ਠੀਕ ਹੈ। ਜਦੋਂ ਤੱਕ ਤੁਸੀਂ ਨਹੀਂ ਜਾਓਗੇ ਯੂ ਵਿਲ ਨਾਟ ਰੀਅਲਾਈਜ਼ ਕਿ ਅਸੀਂ ਕੀ ਕਹਿ ਰਹੇ ਹਾਂ, ਠੀਕ ਹੈ। ਸੋ ਜਾਣਾ ਬੜਾ ਜ਼ਰੂਰੀ ਆ। ਅਸੀਂ ਐਵੇਂ ਰੋਕੀ ਜਾਈਏ, ਬੱਚਾ ਅੱਗੋਂ ਡਿਪਰੈਸ਼ਨ 'ਚ ਚੱਲ ਜਾਏ ਕਿ ਮੈਨੂੰ ਤੁਸੀਂ ਭੇਜਿਆ ਨਹੀਂ, ਠੀਕ ਹੈ। ਤੇ ਉਹ ਵਧੀਆ ਵਾ ਕਿ ਉੱਥੋਂ ਹੋ ਕੇ ਉੱਥੇ ਡਿਪਰੈਸ ਹੋ ਕੇ ਤੇ ਫਿਰ ਇੱਥੇ ਆ ਜਾਓ, ਤੇ ਉਹ ਜ਼ਿਆਦਾ ਵਧੀਆ। ਸੋ ਤੁਸੀਂ, ਮੈਂ ਆਪਣੀ ਚੀਜ਼ 'ਚੋਂ ਦੇਖਿਆ, ਮਤਲਬ ਮੇਰੀ ਕੰਪਨੀ 'ਚ ਜੌਬ ਕਰ ਰਹੇ ਨੇ, ਉਹਨਾਂ ਨੂੰ ਨਹੀਂ ਰੋਕ ਪਾ ਰਹੀ ਮੈਂ, ਠੀਕ ਹੈ। ਅਸੀਂ ਸਾਰਾ ਦਿਨ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਕਿਸੇ ਨੇ ਨਿਊਜ਼ੀਲੈਂਡ ਜਾਣਾ, ਕਿਸੇ ਨੇ ਕਿਤੇ ਜਾਣਾ, ਅਸੀਂ ਕਰੋੜਾਂ ਦੇ ਵਿੱਚੋਂ, ਠੀਕ ਹੈ ਨਾ, ਸਿਰਫ 1000 ਬੱਚਿਆਂ ਨੂੰ ਹੀ ਰੋਕ ਲਈਏ ਤੇ ਉਹੀ ਸਾਡੇ ਬ੍ਰਾਂਡ ਐਂਬੈਸਡਰ ਬਣ ਜਾਣ, ਤੇ ਜਾਂ ਸਿਰਫ ਅਗਲੇ 25 ਸਾਲਾਂ 'ਚ 1000 ਲੋਕ ਹੀ ਬਾਹਰੋਂ ਇੱਥੇ ਆ ਜਾਣ ਤੇ ਉਹ ਬ੍ਰਾਂਡ ਐਂਬੈਸਡਰ ਬਣਨ, ਤੇ ਉਹ ਉਹਨਾਂ ਦੀ ਉਦਾਹਰਨਾਂ ਜਦੋਂ ਸੈਟਅਪ ਹੋਣ, ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ, ਫਿਰ ਇਹ ਚੀਜ਼ ਚੱਲਦੀ ਆ। 80 ਸਾਲ ਲਾ ਕੇ ਅਸੀਂ ਲੋਕਾਂ ਨੂੰ ਬਾਹਰ ਚੱਲ ਗਏ ਨੇ, ਹੁਣ 8 ਮਹੀਨਿਆਂ 'ਚ ਅਸੀਂ ਕਹਾਂਗੇ ਕਿ ਸਰਕਾਰ ਜਾਂ ਮਨਦੀਪ ਜਾਂ ਕੋਈ ਬੰਦਾ ਬਦਲਾਵ ਲਾਏ। ਯਾਰ ਕਿੰਨੇ ਆਏ? ਰੋਜ਼ ਮੈਨੂੰ ਲੋਕ ਪੁੱਛਦੇ ਕਿੰਨੇ ਆਏ ਵਾਪਸ, ਫਿਰ ਕਿੰਨੇ ਆਏ? ਵੀ ਭੇਜਣ ਲੱਗੇ ਤੇ ਤੁਸੀਂ 100 ਸਾਲ ਲਾਤੇ, ਠੀਕ ਹੈ, ਤੇ ਮੈਂ ਤੋਂ ਐਕਸਪੈਕਟ ਕਰ ਰਹੇ ਹੋ ਕਿ ਮੈਂ 10 ਮਹੀਨਿਆਂ 'ਚ ਲੈ ਆਵਾਂ, ਠੀਕ ਹੈ। ਸੋ ਦਿਸ ਕੈਨ ਨਾਟ ਹੈਪਨ। ਸੋ ਯੰਗ ਮਾਈਂਡਸ ਨੂੰ ਮੇਰਾ ਇਹੀ ਹੈ ਕਿ ਇਹੋ ਜਿਹੇ ਬਣ ਜਾਓ ਇਨਸਾਨ ਕਿ ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਕਰੋ। ਬਹੁਤ ਵੱਡੀ ਤੁਸੀਂ ਗੱਲ ਕਹੀ ਹੈ ਕਿ ਕੁਝ ਬੱਚੇ ਉੱਥੋਂ ਆਉਣਾ ਵੀ ਚਾਹੁੰਦੇ ਨੇ, ਪਰ ਇੱਥੇ ਮਾਪੇ ਦਾ ਪ੍ਰੈਸ਼ਰ ਉਹਨਾਂ ਤੇ ਇੰਨਾ ਹੈ ਕਿ ਤੇਰੇ ਤੇ ਇੰਨੇ ਪੈਸੇ ਲਾ ਕੇ ਅਸੀਂ ਤੈਨੂੰ ਭੇਜਿਆ, ਹੁਣ ਨਾ ਘਰ ਅਸੀਂ ਗਿਰਵੀ ਰੱਖਿਆ, ਜ਼ਮੀਨ ਗਿਰਵੀ ਰੱਖੀ। ਜਿਹੜੇ ਬੱਚੇ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਆ ਜਾਣਾ ਚਾਹੀਦਾ ਹੈ, ਇਹੀ ਉਹਨਾਂ ਦੀ ਕਰੇਜ ਹੈ। ਪੰਜਾਬ ਦੇ ਵਿੱਚ ਬਹੁਤ ਸਾਰੀ ਅਪਰਚੁਨਿਟੀਜ਼ ਹੈਗੀਆਂ ਨੇ, ਪੰਜਾਬ 'ਚ ਤੁਸੀਂ ਸਟੈਬਲਿਸ਼ ਕਰ ਸਕਦੇ ਹੋ। ਤੁਹਾਡੀ ਆਪਣੀ ਬਹੁਤ ਵੱਡੀ ਐਗਜ਼ਾਮਪਲ ਹੈ, ਇੱਦਾਂ ਦੀ ਹਜ਼ਾਰਾਂ ਹੀ ਹੋਰ ਐਗਜ਼ਾਮਪਲਸ ਹੈਗੀਆਂ ਨੇ। ਬਸ ਫਰਕ ਇਹ ਹੈ ਕਿ ਅਸੀਂ ਨਜ਼ਰੀਆ ਬਦਲ ਲਿਆ, ਅਸੀਂ ਇੱਕ ਸੌਖੇ ਰਾਹ ਵੱਲ ਨੂੰ ਭੱਜਣ ਲੱਗ ਗਏ ਆ ਕਿ ਅਸੀਂ ਹਰਡਲਸ ਨਹੀਂ ਚਾਹੁੰਦੇ। ਸਾਡੇ ਬਜ਼ੁਰਗਾਂ ਨੇ, ਸਾਡੇ ਦਾਦਿਆਂ ਪੜਦਾਦਿਆਂ ਨੇ ਬਹੁਤ ਹਰਡਲਸ ਦੇਖੀਆਂ ਨੇ ਇਸ ਪੰਜਾਬ ਨੂੰ ਸੈਟਲ ਕਰਨ ਦੇ ਵਿੱਚ। ਉੱਥੋਂ ਵੰਡ ਤੋਂ ਬਾਅਦ ਇੱਧਰ ਆਏ, ਬਹੁਤ ਹਰਡਲਸ ਫੇਸ ਕੀਤੀਆਂ, ਪਰ ਉਹ ਪੰਜਾਬ ਦੇ ਨਾਲ ਕਨੈਕਟਡ ਰਹੇ। ਸ਼ਾਇਦ ਇਸੇ ਕਰਕੇ ਪੰਜਾਬ ਗਰੋ ਹੁੰਦਾ ਗਿਆ। ਪਰ ਹੁਣ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਸਮਝਣਾ ਪੈਣਾ ਹੈ ਕਿ ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਵੀ ਹੈ ਕਿ ਅਗਰ ਤੁਸੀਂ ਖੁਦ ਨੂੰ ਸੈਟਲ ਵੀ ਕਰਨਾ, ਨਾਲ ਦੀ ਨਾਲ ਤੁਹਾਡੀ ਸੋਸਾਇਟੀ ਦੀ, ਸਮਾਜ ਦੀ, ਪੰਜਾਬ ਦੀ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਜੋ ਵੀ ਤੁਸੀਂ ਕਰਨਾ ਹੈ ਦਿਮਾਗ ਦੇ ਵਿੱਚ ਇਹ ਰੱਖ ਕੇ ਕਰਨਾ ਹੈ ਕਿ ਮੈਂ ਪੰਜਾਬ ਦੇ ਲਈ ਕਰਨਾ ਹੈ। ਤੇ ਸ਼ਾਇਦ ਫਿਰ ਆਪਣੇ ਆਪ ਅਸੀਂ ਇਸ ਚੀਜ਼ ਨੂੰ ਮੋੜਾ ਪੈ ਸਕਦਾ ਹੈ। ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਸਾਨੂੰ, ਤੇ ਬਹੁਤ ਅੱਛੀਆਂ ਤੁਹਾਡੇ ਨਾਲ ਗੱਲਾਂ ਹੋਈਆਂ। ਹੋਪ ਕਰਦੇ ਹਾਂ ਕਿ ਮੁਲਾਕਾਤ ਦੁਬਾਰਾ ਫਿਰ ਹੋਊਗੀ ਤੁਹਾਡੀ PR ਪੰਜਾਬ ਦੇ ਉੱਪਰ ਤੇ ਪੰਜਾਬ ਰੀਕਨੈਕਟ ਦੇ ਉੱਪਰ। ਬਹੁਤ ਬਹੁਤ ਧੰਨਵਾਦ ਮੈਮ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ ਸੋ ਮਚ।